साध संगत जी सारे गज के आखो धन श्री सतगुरु जगजीत सिंह सच्चे पातशाह जी। सतगुरु जगजीत सिंह सच्चे पातशाह की किरपा नाल मैं पिंड मलक फार्म जिला लखीमपुर खीरी उत्तर प्रदेश दे रहन वाला। बचपन मेरा यूपी विच ही गुजरिया पिंड मलक फार्म विच। उत्थे मेरे पिता जहेदार जीत सिंह जी सवेरे अमृत वेले तो उठाल के नाम सिमरन करवाना ते शाम नूं रहरास रास दा पाठ करना ते साडी रूटीन रोज़ दी इसे तरह बना के रखी। शाम नूं रोज़ कथा करनी, असीं रोज़ कथा सुनिया करनी जस जीवन दी, सूरज प्रकाश दी। सच पातशाह जी दे जस गायन करने सच पातशाह जी दे। सवेरे आसा दी वार लाउणी। जहेदार जीत सिंह उन्हां दा जथा मेरे पिता जी हुणे उन्हां दा जथा जिहड़ा सी वो रोज़ वारा लाउंदा सी अमृत वेले 4 वजे तो लैके। असीं उत्थे साडे पिंड दे मलक फार्म दे जिन्ने भी नामधारी सिंह 100 200 250 300 जिन्ने भी शरीर सीगे उस वेले सारे सवेरे इकट्ठे होके नाम सिमरन करते ਜਾਂ प्रयोग ਵਿੱਚ हिस्सा लेंदे। ਤੇ ਸਾਡੀ लगन भी इसे तरह सच पातशाह चरनां नाल लगी रही। पर मैं बचपन ਵਿੱਚ ਇੱਥੇ श्री ਭੈਣੀ ਸਾਹਿਬ नहीं आया कभी भी। ਤੇ ਅਸੀਂ ਸੁਣਦੇ ਜ਼ਰੂਰ ਹੁੰਦੇ ਸੀਗੇ ਵੀ ਗੁਰਦੁਆਰਾ ਭੈਣੀ ਸਾਹਿਬ ਪੰਜਾਬ ਦੇ ਵਿੱਚ ਹੈਗਾ ਤੇ ਉੱਥੇ ਸਤਿਗੁਰੂ ਜੀ ਦਰਸ਼ਨ ਦਿੰਦੇ ਨੇ, ਉੱਥੇ ਵਾਰੇ ਲੱਗਦੇ ਨੇ, ਉੱਥੇ ਨਾਮ ਸਿਮਰਨ ਹੁੰਦੇ ਨੇ, ਉੱਥੇ ਸਾਧ ਸੰਗਤ ਦੇ ਮੇਲੇ ਲੱਗਦੇ ਨੇ। ਅਸੀਂ ਬਚਪਨ ਵਿੱਚ ਨਾ ਸੁਣਦੇ ਹੀ ਹੁੰਦੇ ਸੀਗੇ ਤੇ ਸਾਨੂੰ ਅਸੀਂ ਦੇਖਿਆ ਨਹੀਂ ਸੀ, ਸਾਨੂੰ ਪਤਾ ਨਹੀਂ ਸੀਗਾ। ਫਿਰ ਸੱਚੇ ਪਾਤਸ਼ਾਹ ਜੀ 90 ਦੇ ਕਰੀਬ ਦਰਸ਼ਨ ਦਿੱਤੇ ਭੈਣੀ ਸਾਹਿਬ ਤੋਂ ਯੂਪੀ ਸਾਡੇ ਪਿੰਡ ਮਲਕ ਫਾਰਮ। ਉਸ ਥਾਂ 'ਤੇ ਜਦੋਂ ਸੱਚੇ ਪਾਤਸ਼ਾਹ ਗਏ ਮੈਂ ਛੋਟਾ ਜਿਹਾ ਸੀ ਉਦੋਂ। ਅਤੇ ਸਵੇਰੇ ਸੱਚੇ ਪਾਤਸ਼ਾਹ ਸ਼ਾਮ ਨੂੰ ਨਾਮ ਸਿਮਰਨ ਕੀਤਾ, ਉੱਥੇ ਕੀਰਤਨ ਹੋਇਆ ਅਤੇ ਸੱਚੇ ਪਾਤਸ਼ਾਹ ਸੰਗਤ ਵਾਹਵਾ ਇਕੱਠੀ ਹੋਈ। ਤੇ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ ਵੀ ਸੰਗਤ ਪੂਰੇ ਨਾਮਧਾਰੀ ਬਾਣੇ ਦੇ ਵਿੱਚ ਵਾਹਵਾ ਇਕੱਠੀ ਹੋਈ ਹੈ, ਵਾਹਵਾ ਨਾਮ ਸਿਮਰਨ ਸਾਧ ਸੰਗਤ ਵਧੀਆ ਹੈ ਉੱਥੇ। ਤੇ ਸਵੇਰੇ ਜਦੋਂ ਵਾਰਾ ਲੱਗਿਆ ਤੇ ਸੰਗਤ ਥੋੜ੍ਹੀ ਹੋਈ ਤੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਜਹੇਦਾਰ ਜੀਤ ਸਿੰਘ ਉਹਨਾਂ ਨੂੰ, ਮੇਰੇ ਪਿਤਾ ਜੀ ਉਹਨਾਂ ਨੂੰ ਹੁਕਮ ਕੀਤਾ, ਜਹੇਦਾਰ ਜੀ ਸੰਗਤ ਬਹੁਤ ਥੋੜ੍ਹੀ ਹੈ। ਸੱਚੇ ਪਾਤਸ਼ਾਹ ਜਦੋਂ ਹੁਕਮ ਕੀਤਾ ਤੇ ਮੇਰੇ ਪਿਤਾ ਜੀ ਅਰਜ਼ ਕੀਤੀ, ਗਰੀ ਨਵਾਜ਼ ਸਾਡੇ ਕੋਲ ਇੱਕ ਹੀ ਟਰੈਕਟਰ ਤੇ ਇੱਕ ਹੀ ਟਰਾਲੀ ਹੈ, ਦੂਰੋਂ ਦੂਰੋਂ ਸੰਗਤ ਨੇ ਆਉਣਾ ਸੀ ਤਾਂ ਅਸੀਂ ਜਿੰਨੀ ਕੁ ਲਿਆ ਹੋਈ ਉਨੀ ਕੁ ਲਿਆਂਦੀ। ਅਤੇ ਸੱਚੇ ਪਾਤਸ਼ਾਹ ਜੀ ਨਾਲ ਬਚਨ ਕੀਤਾ, ਜਹੇਦਾਰ ਜੀ ਤੁਸੀਂ ਫਿਕਰ ਨਾ ਕਰੋ, ਤੁਸੀਂ ਟਰੈਕਟਰ ਟਰਾਲੀਆਂ ਦੀ ਗੱਲ ਕਰਦੇ ਹੋ, ਇੱਥੇ ਘਰ ਘਰ ਗੱਡੀਆਂ ਹੋਣਗੀਆਂ। ਅਤੇ ਸਤਿਗੁਰਾਂ ਨੇ ਇਹੋ ਜਿਹੀ ਕਿਰਪਾ ਕੀਤੀ, ਅੱਜ ਗੱਡੀਆਂ ਤਾਂ ਹਰ ਇੱਕ ਦੇ ਘਰ ਹੈਗੀਆਂ ਹੀ ਨੇ, ਕੰਪੈਨਾਂ ਨੇ 2-2 4-4 14-14 ਤੋਂ ਕੰਪੈਨਾਂ ਵੀ ਨੇ, ਕਣਕ ਵੱਢਣ ਵਾਲੀਆਂ, ਧਾਨ ਵੱਢਣ ਵਾਲੀਆਂ। ਇੰਨੀ ਕਿਰਪਾ ਮਾਲਕ ਦੀ। ਮੈਂ ਆਪ ਜੀ ਨੂੰ ਸੱਚੇ ਪਾਤਸ਼ਾਹ ਦਾ ਬਚਨ ਸੁਣਾਉਣ ਲੱਗਿਆ ਇੱਕ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ। ਮੇਰੇ ਬਚਪਨ ਦੀ ਗੱਲਾਂ ਨੇ ਇਹ। ਇੱਕ ਵਾਰੀ ਲੋਹੜੀ ਦਾ ਦਿਨ ਸੀ, ਸਾਡੇ ਘਰੇ ਗਰੀਬੀ ਹੁੰਦੀ ਸੀ ਬਹੁਤ ਅਤੇ ਛੱਪਰ ਦੇ ਘਰ ਸੀਗਾ। ਛੱਪਰ ਦਾ ਘਰ ਹੋਣ ਕਰਕੇ ਅਤੇ ਅਸੀਂ ਉਸੇ ਘਰ ਵਿੱਚ ਰਹਿੰਦੇ ਸੀ। ਅਤੇ ਸਾਡੇ ਗਵਾਂਢੀ ਘਰ ਸਾਡੇ ਚਾਚਾ ਜੀ ਦਾ ਸੀਗਾ। ਉਸ ਘਰ ਵਿੱਚ ਘੁੱਗਾ ਬਾਲਿਆ ਹੋਏ ਅਤੇ ਸ਼ਬਦ ਪੜ੍ਹ ਰਹੇ ਸੀਗੇ ਅਤੇ ਨਾਮ ਸਿਮਰਨ ਕਰੀ ਜਾਂਦੇ ਸੀ, ਨਾਲੇ ਸ਼ਬਦ ਪੜ੍ਹ ਰਹੇ ਸੀਗੇ। ਹੋਇਆ ਕਿ ਛੱਪਰ ਨੂੰ ਕਿਸੇ ਤਰ੍ਹਾਂ ਚੂਹੇ ਨੇ ਤਾਰ ਕੱਟਣ ਕਰਕੇ ਅੱਗ ਲੱਗ ਗਈ। ਜਦੋਂ ਅੱਗ ਲੱਗੀ ਨਾ ਜੀ, ਵੇਖਣ ਵਾਲੇ ਵੀ ਦੱਸਦੇ ਨੇ ਵੀ ਉਸ ਵੇਲੇ ਮੈਂ ਛੋਟਾ ਸੀਗਾ, ਦੇਖਣ ਵਾਲੇ ਦੱਸਦੇ ਨੇ ਵੀ ਛੱਪਰ ਨੂੰ ਅੱਗ ਲੱਗਣ ਚੰਗਾ ਭਾਂਬੜ ਮੱਚ ਗਿਆ। ਜਦੋਂ ਭਾਂਬੜ ਮੱਚਿਆ ਅਤੇ ਵੇਖਦੇ ਕੀ ਆ ਵੀ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ 2 ਬਾਲਟੀਆਂ ਫੜੀਆਂ ਨੇ ਪਾਣੀ ਦੀਆਂ ਭਰੀਆਂ ਹੋਈਆਂ, ਛੱਪਰ 'ਤੇ ਚੜ੍ਹੇ ਨੇ, ਚੜ੍ਹ ਕੇ ਉੱਪਰ ਅੱਗ ਬੁਝਾ ਕੇ ਅਤੇ ਫਿਰ ਚਲੇ ਗਏ, ਅੰਦਰ ਚਲੇ ਗਏ ਨੇ। ਅਤੇ ਪਿੱਛੇ 1-2 ਬੰਦੇ ਗਏ, ਉਹਨਾਂ ਨੇ ਦੇਖਿਆ ਵੀ ਸੱਚੇ ਪਾਤਸ਼ਾਹ ਦਰਸ਼ਨ ਕਰਦੇ ਆ, ਜਾ ਕੇ ਦੇਖਿਆ ਸੱਚੇ ਪਾਤਸ਼ਾਹ ਅੰਦਰ ਹੈ ਨਹੀਂ ਸੀ। ਉਹ ਤਾਂ ਸਿਰਫ ਸਤਿਗੁਰੂ ਸੱਚੇ ਪਾਤਸ਼ਾਹ ਆਏ ਸੀ, ਸਿਰਫ ਅੱਗ ਬੁਝਾ ਕੇ ਚਲੇ ਗਏ। ਇਸੇ ਤਰ੍ਹਾਂ ਇੱਕ ਵਾਰੀ ਮੇਰੇ ਪਿਤਾ ਜੀ ਦੱਸਦੇ ਨੇ, ਮੈਂ ਉਹਨਾਂ ਦੀ ਰੂਟੀਨ ਵਧੀਆ ਨਾਮ ਸਿਮਰਨ ਕਰਦੀ ਸੀਗੀ, ਸਵੇਰੇ ਸ਼ਾਮ ਨਾਮ ਸਿਮਰਨ ਕਰਨਾ, ਆਪਣਾ ਹਰਦਮ ਨਾਮ ਸਿਮਰਨ ਵਿੱਚ ਰਹਿਣਾ, ਅਰਦਾਸ ਕਰਨੀ ਉਹਨਾਂ ਨੇ, ਸੱਚੇ ਪਾਤਸ਼ਾਹ ਚਰਨਾਂ ਜਦੋਂ ਕਿਤੇ ਵੀ ਜਾਣਾ ਅਰਦਾਸ ਕਰਕੇ ਜਾਣਾ ਉਹਨਾਂ ਨੇ। ਉਹ ਸਾਡੇ ਘਰ ਤੋਂ ਕੋਈ 50-60 ਕਿਲੋਮੀਟਰ ਦੂਰ ਗੋਲੇ ਦਾ ਜੰਗਲ ਲੰਘ ਕੇ
ਤੇ ਇੱਕ ਪਿੰਡ ਦੇ ਵਿੱਚ ਗਏ। ਰਾਤ ਸ਼ਕਲ ਉਹ ਮੁੜ ਕੇ ਆਉਣ ਲੱਗਿਆ, ਸ਼ਾਮ ਹਨੇਰਾ ਹੋ ਗਿਆ। ਜਦੋਂ ਹਨੇਰਾ ਹੋਇਆ ਤੇ ਉੱਥੇ ਜੰਗਲ ਦੇ ਵਿੱਚ ਜਦੋਂ ਲੰਘਣ ਲੱਗੇ ਵਾਪਸ ਆਉਂਦੇ ਆ ਤੇ ਉੱਥੇ ਚੋਰਾਂ ਨੇ ਰੋਕ ਲਿਆ। ਜਦੋਂ ਚੋਰਾਂ ਨੇ ਰੋਕ ਲਿਆ ਤੇ ਉਹਨਾਂ ਨੇ ਫੜ ਲਿਆ ਉਹਨਾਂ ਨੂੰ ਵੀ ਜੋ ਹੈਗਾ ਕੁਝ ਕੱਢੋ। ਮੇਰੇ ਪਿਤਾ ਜੀ ਦੱਸਦੇ ਨੇ ਵੀ ਮੈਂ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਸਾਰੇ ਕਹਿੰਦੇ ਨੇ ਵੀ ਤੂੰ ਰੱਖਿਆ ਕਰਦਾ, ਗਰੀਬਾਂ ਦੀ ਲਾਜ ਰੱਖਦਾ। ਤੇ ਹੁਣ ਤਾਂ ਸਾਡੇ ਦੇ ਸਾਹਮਣੇ ਤੇ ਇਹ ਬੰਦੂਕਾਂ ਲੈ ਕੇ ਖੜੇ ਨੇ ਤੇ ਸਾਡੀ ਲਾਜ ਤਾਂ ਹੁਣ ਤਾਂ ਹੀ ਰੱਖੋਗੇ ਨਾ, ਰੱਖੋਗੇ ਤਾਂ ਤਾਂ ਹੀ ਸਾਨੂੰ ਪਤਾ ਲੱਗੂਗਾ ਨਾ। ਕਿਰਪਾ ਹੋਵੇ ਸਾਡੀ ਲਾਜ ਰਵੇ। ਹੁਣ ਹੋਇਆ ਕੀ ਵੀ 10-15 ਮਿੰਟ ਲੰਘੇ ਨਾ, ਉਹ ਬੰਦੇ, ਉਹਨਾਂ ਨੇ ਬੰਦੇ ਹੋਰ ਵੀ ਫੜੇ ਹੋਏ ਸੀ ਅੰਦਰ। ਉਹ ਬੰਦੇ ਹੌਲੀ ਹੌਲੀ ਕਰਕੇ ਉੱਧਰ ਜਾਣ ਲੱਗੇ ਤੇ ਉਹ ਸਾਰੇ ਉੱਧਰ ਨੂੰ ਚਲੇ ਗਏ। ਤੇ ਮੇਰੇ ਪਿਤਾ ਜੀ ਉਹਨਾਂ ਨੇ ਉੱਥੋਂ ਮੋਟਰਸਾਈਕਲ ਸਟਾਰਟ ਕੀਤਾ ਤੇ ਉੱਥੋਂ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕਰਕੇ ਨਿਕਲ ਆਏ ਫਟਾਫਟ। ਜਦੋਂ ਨਿਕਲ ਆਏ ਤਾਂ ਸੱਚੇ ਪਾਤਸ਼ਾਹ ਕਿਰਪਾ ਕੀਤੀ, ਇਹੋ ਜਿਹੀ ਬਿਧ ਬਣਾਤੀ ਵੀ ਉਹਨਾਂ ਨੂੰ ਉਹ ਅੰਦਰ ਹੀ ਚਲੇ ਗਏ, ਲਾਜ ਰਹਿ ਗਈ। ਇਸੇ ਤਰ੍ਹਾਂ ਹੀ ਬੜੀਆਂ ਹੋਰ ਕਿਰਪਾ ਵੀ ਕੀਤੀਆਂ ਨੇ ਸੱਚੇ ਪਾਤਸ਼ਾਹ ਜੀ। ਮੇਰੇ ਭੈਣੀ ਸਾਹਿਬ ਆਉਣ ਦਾ ਕਾਰਨ, ਇੱਕ ਵਾਰੀ 91 ਵਿੱਚ ਇੱਥੇ ਸੇਵਾ ਵਾਸਤੇ ਸਾਨੂੰ ਸੱਦਿਆ ਗਿਆ। ਭੈਣੀ ਸਾਹਿਬ ਅਸੀਂ 40-50 ਮੁੰਡੇ ਸਿਆਣੇ ਇਕੱਠੇ ਹੋ ਕੇ ਆਏ ਤੇ ਇਕੱਠੇ ਹੋ ਕੇ ਆਏ। ਸੱਚੇ ਪਾਤਸ਼ਾਹ ਹੁਕਮ ਕੀਤਾ ਵੀ ਇੱਥੇ ਸੇਵਾ ਕਰਨੀ ਸਾਰਿਆਂ ਨੇ। ਉਦੋਂ ਸਰੋਵਰ ਦੀ ਸੇਵਾ ਚੱਲਦੀ ਪਈ ਸੀ ਤੇ ਸਾਨੂੰ ਹੁਕਮ ਹੋਇਆ ਵੀ ਤੁਸੀਂ ਇੱਥੇ ਸੇਵਾ ਕਰਨੀ ਹੈ। ਅਸੀਂ 2 ਮਹੀਨੇ ਸੇਵਾ ਕੀਤੀ ਸਾਰਿਆਂ ਨੇ ਤੇ ਮੇਰੇ ਨਾਲ ਦੇ ਜਿੰਨੇ ਵੀ ਸੀਗੇ ਸਾਰੇ ਚਲੇ ਗਏ। ਘਰੇ ਗਰੀਬੀ ਹੋਣ ਕਰਕੇ ਇੱਕ ਮੇਰਾ ਬ੍ਰਦਰ, ਮੇਰਾ ਭਰਾ ਜਹੇਦਾਰ ਬਲਬੀਰ ਸਿੰਘ ਜੀ, ਉਹ ਪਹਿਲੇ ਸੱਚੇ ਪਾਤਸ਼ਾਹ ਨੂੰ ਲੈ ਆਏ ਸੀਗੇ 10 ਕੁ ਸਾਲ ਪਹਿਲਾਂ, ਇੱਥੇ ਲੈ ਆਏ ਸੀ ਉਹਨਾਂ ਨੂੰ। ਤੇ ਉਹ ਰਹਿਣ ਕਰਕੇ ਮੈਨੂੰ ਥੋੜ੍ਹਾ ਹੋਰ ਸੌਖਾ ਹੋ ਗਿਆ ਤੇ ਮੈਂ ਉਹਨਾਂ ਕੋਲ ਹੀ ਰਹਿ ਗਿਆ। ਜਦੋਂ ਇੱਥੇ ਰਹਿ ਗਿਆ ਤਾਂ ਅਸੀਂ ਰੋਜ਼, ਹੁਣ ਗਰੀਬੀ ਹੋਣ ਕਰਕੇ ਇੱਥੇ ਵਧੀਆ ਮਨ ਵੀ ਲੱਗ ਗਿਆ। ਸੱਚੇ ਪਾਤਸ਼ਾਹ ਕਿਰਪਾ ਕੀਤੀ, ਮੈਂ ਰੋਜ਼ ਪ੍ਰਯੋਗ 'ਚ ਜਾਣਾ। ਉਦੋਂ ਪ੍ਰਯੋਗ 2 ਵਜੇ ਸ਼ੁਰੂ ਹੋ ਜਾਂਦਾ ਸੀਗਾ ਤੇ ਸੂਰਜ ਦੀ ਟਿੱਕੀ ਨਾਲ ਭੋਗ ਪੈਂਦਾ। ਜਿੱਦਾਂ ਇਸੇ ਤਰ੍ਹਾਂ ਰੋਜ਼ ਦੀ ਰੂਟੀਨ, ਦੁਪਹਿਰੇ ਕੋਈ ਕੰਮ ਤਾਂ ਹੋਰ ਹੈ ਨਹੀਂ, ਬਸ ਸੇਵਾ ਕਰਨੀ, ਪ੍ਰਸ਼ਾਦਾ ਛਕਣਾ ਲੰਗਰ 'ਚੋਂ ਤੇ ਨਾਮ ਸਿਮਰਨ ਕਰਨਾ, ਜਿੱਥੇ ਸੇਵਾ ਹੋਣੀ ਉੱਥੇ ਸੇਵਾ ਕਰਨੀ, ਬਸ ਇਹੀ ਕੰਮ ਹੁੰਦਾ ਸੀ। ਇਸੇ ਤਰ੍ਹਾਂ ਕੁਛ ਚਿਰ ਜਦੋਂ ਲੰਘਿਆ ਨਾ ਤੇ ਵਿੱਚੋਂ ਫਿਰ ਪਾਠਾਂ ਦੀ ਸੇਵਾ ਵੀ ਕਰਨ ਲੱਗ ਗਏ ਸੀ। ਪਾਠਾਂ ਵਿੱਚ ਵੀ ਲੱਗਣਾ, ਵਰਨੀ ਵਿੱਚ ਵੀ ਜਿੱਥੇ ਲੱਗਣਾ, ਜਿੱਥੇ ਹੋਰ ਵੀ ਸੇਵਾ ਹੋਣੀ ਉੱਥੇ ਕਰਨੀ। ਤੇ ਇੱਕ ਵਾਰੀ ਸੱਚੇ ਪਾਤਸ਼ਾਹ ਸਾਨੂੰ ਨਾ ਪਾਠੀਆਂ ਨੂੰ ਗੜਵੇ ਵੰਡੇ, ਸੋਧੀਆਂ ਨੂੰ। ਪਾਠੀ ਜਿੰਨੇ ਵੀ ਪਾਠੀ ਸੀ ਉਹਨਾਂ ਨੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਜਦੋਂ ਗੜਵੇ ਵੰਡੇ ਤੇ ਮੈਂ ਕੋਲ ਹੈ, ਮੈਂ ਉਸ ਵੇਲੇ ਨੇੜੇ ਹੈ ਨਹੀਂ। ਤੇ ਸੱਚੇ ਪਾਤਸ਼ਾਹ ਬਲਬੀਰ ਭਾਈ ਨੂੰ ਗੜਵਾ ਦੇ ਕੇ ਹੁਕਮ ਕੀਤਾ, ਤੇਰਾ ਭਰਾ ਸੋਧ ਰੱਖਦਾ ਹੈ? ਤੇ ਬਲਬੀਰ ਭਾਈ ਅਰਜ਼ ਕੀਤੀ, ਹਾਂਜੀ ਰੱਖਦਾ ਜੀ। ਉਸ ਵੇਲੇ ਮੇਰੀ ਸੋਧ ਹੈ ਨਹੀਂ ਸੀ। ਸੋਧ ਜਦੋਂ ਉਸ ਵੇਲੇ ਹੈ ਨਹੀਂ ਸੀ ਤੇ ਮੈਨੂੰ ਬਲਬੀਰ ਭਾਈ ਨੇ ਦੱਸਿਆ ਵੀ ਸੱਚੇ ਪਾਤਸ਼ਾਹ ਅੱਜ ਆਹ ਹੁਕਮ ਕੀਤਾ ਤੇਰੇ ਵਾਸਤੇ। ਤੇ ਮੈਂ ਉਸੇ ਵੇਲੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਸੋਧ ਰੱਖੀ। ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਵੀ ਮੇਰੀ ਨਾ ਸੋਧ ਟੁੱਟੇ। ਕਿਤੇ ਗਲਤੀ ਹੋ ਵੀ ਜਾਂਦੀ ਸੀ ਪਰ ਕੋਸ਼ਿਸ਼ ਕਰਦਾ ਸੀ ਵੀ ਨਾ ਟੁੱਟੇ। ਬਹੁਤ ਸਮਾਂ ਇੱਦਾਂ ਹੀ ਲੰਘਿਆ, ਸੇਵਾ ਕਰਦਿਆਂ, ਭੈਣ ਬਾਣੀ ਕਰਦਿਆਂ, ਲੰਗਰ ਸੇਵਾ ਕਰਦਿਆਂ। ਇੱਕ ਵਾਰੀ ਮੇਰੇ ਦਿਲ 'ਚ ਆਇਆ ਵੀ ਉਦੋਂ ਹਰਿਮੰਦਰ ਛੋਟਾ ਹੁੰਦਾ ਸੀ, ਪਰਲੇ ਬੰਨੇ ਥੜਾ ਜਿਹੜਾ ਸੀ ਉੱਥੇ ਵਾੜ ਕੀਤੀ ਹੁੰਦੀ ਸੀ ਲੱਕੜ ਦੀ, ਤੇ ਉਰਲੇ ਬੰਨੇ ਵਾਰਾ ਲੱਗਦਾ ਹੁੰਦਾ ਸੀ ਨਿਤਨੇਮ। ਇਹ ਤੋਂ ਉਰਲੇ ਬੰਨੇ ਛੋਟਾ ਹੁੰਦਾ ਸੀ, ਉੱਥੇ ਉਰਲੇ ਬੰਨੇ ਲੱਗਦਾ ਹੁੰਦਾ ਸੀ, ਉੱਥੇ ਆਸਣ ਵੀ ਉਰਲੇ ਬੰਨੇ ਹੁੰਦਾ ਸੀ। ਤੇ ਉੱਥੇ ਸੱਚੇ ਪਾਤਸ਼ਾਹ ਦਾ ਆਸਣ ਸੀਗਾ ਤੇ ਅਸੀਂ ਇੱਕ ਸਾਈਡ 'ਤੇ ਬੈਠੇ ਹੁੰਦੇ, ਬਹਿ ਜਾ ਕਰਨਾ। ਉਦੋਂ ਸੱਚੇ ਪਾਤਸ਼ਾਹ ਪਿਆਰ ਵੀ ਕਰਦੇ ਸੀ, ਪਰ ਮੇਰੇ ਦਿਲ 'ਚ ਆਈ ਵੀ ਸੱਚੇ ਪਾਤਸ਼ਾਹ ਰੋਜ਼ ਛੋਟੇ ਛੋਟੇ ਰਾਗੀਆਂ ਨੂੰ, ਸਾਰਿਆਂ ਨੂੰ ਇੰਨਾ ਪਿਆਰ ਕਰਦੇ, ਇੰਨੇ ਬਚਨ ਬਲਾਸ ਕਰਦੇ ਨੇ, ਮੈਨੂੰ ਕਦੇ ਨਹੀਂ ਬੁਲਾਉਂਦੇ ਪਾਤਸ਼ਾਹ। ਮੇਰੇ 2 ਦਿਨ ਲੰਘੇ ਨਾ ਤੇ ਮੇਰੇ ਦਿਲ 'ਚ ਰੋਜ਼ ਆਇਆ ਕਰੇ ਵੀ ਸੱਚੇ ਪਾਤਸ਼ਾਹ ਬੁਲਾਉਂਦੇ ਨਹੀਂ। ਰੋਜ਼ ਆਪ ਜੀ ਦੀ ਕਿਰਪਾ ਨਾਲ ਹੀ, ਆਪ ਜੀ ਦੇ ਹੁਕਮ ਅਨੁਸਾਰ ਨਾਮ ਸਿਮਰਨ ਵੀ ਕਰਦੇ, ਰੋਜ਼ ਆਉਣੇ ਵੀ ਆ। ਮੇਰੇ ਦਿਲ 'ਚ ਆ ਗਈ ਵੀ ਨਾਮ ਸਿਮਰਨ ਕਰਦੇ ਸੱਚੇ ਪਾਤਸ਼ਾਹ, ਤੇ ਤੁਸੀਂ ਆਪ ਜੀ ਹੁਕਮ ਨਹੀਂ ਕਰਦੇ, ਆਪ ਜੀ ਕਦੀ ਬੁਲਾਉਂਦੇ ਨਹੀਂ ਆ। ਤੇ ਸੱਚੇ ਪਾਤਸ਼ਾਹ ਨੇ ਇੱਕ ਦਿਨ, ਮੈਂ ਜਿੱਦਾਂ ਰਾਗੀ ਛੋਟੇ ਛੋਟੇ ਬੱਚੇ ਭੱਜ ਕੇ ਅੱਗੇ ਆ ਜਾਂਦੇ ਸੀ ਨਾ ਬੂਹੇ ਦੇ, ਮੈਂ ਵੀ ਇੱਕ ਦਿਨ ਆ ਗਿਆ। ਸੱਚੇ ਪਾਤਸ਼ਾਹ ਮੇਰੇ ਵੱਲ ਮੂੰਹ 'ਤੇ ਬੈਟਰੀ ਮਾਰ ਕੇ ਨਾ, ਤੇ ਸੱਚੇ ਪਾਤਸ਼ਾਹ ਮੈਨੂੰ ਉਹਦੇ ਧਿਆਨ ਨਾਲ ਦੇਖ ਕੇ ਤੇ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰਦੇ, ਪਜਾਮਾ ਪਾ ਕੇ ਨਹੀਂ ਅੱਗੇ ਤੋਂ ਪ੍ਰਯੋਗ 'ਚ ਆਉਣਾ। ਤੇ ਮੇਰੇ ਦਿਲ ਦੀ ਖਵਾਹਿਸ਼ ਵੀ ਪੂਰੀ ਹੋ ਗਈ ਤੇ ਸੱਚੇ ਪਾਤਸ਼ਾਹ ਮੇਰੇ ਨਾਲ ਬਚਨ ਵੀ ਕਰ ਲਿਆ। ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਰਹੇ।
ਇੱਕ ਵਾਰੀ ਮੈਂ ਇੱਥੋਂ ਭੈਣੀ ਸਾਹਿਬ ਤੋਂ ਚਲੇ ਗਿਆ, ਪਿੰਡ ਚਲ ਗਿਆ, 2-3 ਸਾਲ ਪਿੰਡ ਰਿਹਾ। ਜਦੋਂ ਪਿੰਡ ਚਲ ਗਿਆ ਗਰੀਬੀ ਬਹੁਤ ਸੀਗੀ, ਇੰਨੀ ਜ਼ਿਆਦਾ ਗਰੀਬੀ ਸੀਗੀ ਵੀ ਜੇ ਕਿਸੇ ਘਰੇ ਜਾਣਾ ਵੀ ਨਾ ਤੇ ਉਹਨਾਂ ਨੇ ਸੋਚਿਆ ਇਹ ਮੰਗਣ ਹੀ ਆਇਆ ਹੋਣਾ, ਇੰਨੀ ਗਰੀਬੀ ਸੀਗੀ। ਤੇ ਇੰਨਾ ਮਨ ਦੁਖੀ ਹੋਇਆ ਵੀ ਸੋਚਿਆ ਵੀ ਜਾਂ ਮਰ ਜਾਣਾ ਤੇ ਜਾਂ ਤੁਰ ਜਾਣਾ ਕਿਸੇ ਪਿੰਡ। ਚਲੋ ਸੱਚ ਪਾਹੇ ਇਹੋ ਜਿਹੀ ਬਿੱਧ ਬਣਾਈ, ਸੱਚ ਪਾਹੇ ਰਜਾ ਬਣੀ ਵੀ ਸੱਚ ਪਾਹੇ ਇੱਕ ਵਾਰੀ ਫਿਰ 97 ਦੇ ਵਿੱਚ ਸ਼ਾਇਦ ਦਰਸ਼ਨ ਦਿੱਤੇ ਸੀਗੇ ਜਾਂ 6 ਵਿੱਚ ਨਾ, ਉੱਥੇ ਯੂਪੀ ਮਲਕ ਫਾਰਮ। ਤੇ ਸੱਚ ਪਾਹੇ ਦੇ ਨਾਲ ਮੈਨੂੰ ਬੜਾ ਚਾਅ ਸੀ ਵੀ ਸੱਚ ਪਾਹੇ ਆਉਣਾ ਹੈ। ਮੈਂ ਸੱਚ ਪਾਹੇ ਵਾਸਤੇ ਪਾਲਕੀ ਬਣਾਈ, ਬਹੁਤ ਜਿੰਨੀ ਕੁ ਮੇਰੇ ਹੈਸੀਅਤ ਸੁਧਾਰਨ ਨਾ ਪਾਲਕੀ ਬਣਾਈ। ਤੇ ਸੱਚ ਪਾਹੇ ਜਿਹਦੇ ਵਿੱਚ ਬੈਠੇ ਨਾ, ਜੇ ਬੈਠੇ ਤਾਂ ਸੱਚ ਪਾਹੇ ਫਿਰ ਜਦੋਂ ਚਿਰ ਬੈਠੇ ਰਹੇ ਉਹਨਾਂ ਚਿਰ ਮੇਰੇ ਵੱਲ ਹੀ ਦੇਖਦੇ ਰਹੇ। ਤੇ ਸੱਚ ਪਾਹੇ ਆਉਂਦੇ ਹੋਏ ਹੁਕਮ ਕਰ ਗਏ ਵੀ ਇਹ ਭੈਣੀ ਸਾਹਿਬ ਕਦੋਂ ਆਉਣਾ। ਮੈਂ ਉਦੋਂ ਇੰਨਾ ਮੈਨੂੰ ਸਮਝ ਵੀ ਨਹੀਂ ਸੀਗੀ। ਤੇ ਸੱਚ ਪਾਹੇ ਜਦੋਂ ਆ ਗਏ ਤੇ ਮੈਨੂੰ ਥੋੜ੍ਹੇ ਦਿਨ ਹੋਏ ਤੇ ਮੇਰਾ ਮਨ ਇੰਨਾ ਉਦਾਸ ਹੋ ਗਿਆ, ਇੰਨਾ ਜਦੋਂ ਉਦਾਸ ਹੋ ਗਿਆ ਤੇ ਮੈਂ ਸੋਚਿਆ ਵੀ ਮਨਾ ਚੱਲੀਏ। ਮੇਰਾ ਵਿਆਹ ਵੀ ਉਦੋਂ ਹੋ ਗਿਆ ਹੋਇਆ ਸੀ। ਤੇ ਮੈਂ ਚੱਕਿਆ, ਮੈਂ ਆਪਣੀ ਘਰਦੀ ਨੂੰ ਕਿਹਾ ਚੱਲੀਏ ਵੀ ਆਪਾਂ ਹੁਣ ਨਹੀਂ ਰਹਿਣਾ ਇੱਥੇ, ਕਿਉਂਕਿ ਗਰੀਬੀ ਵੀ ਬੜੀ ਹੈ ਤੇ ਆਪਣਾ ਕੋਈ ਬਣਦਾ ਵੀ ਨਹੀਂ ਆ। ਅਸੀਂ ਬੈਗ ਚੱਕਿਆ ਆਪਣਾ, ਜੋ ਸਾਡੇ ਕੋਲ ਜਿੰਨੇ ਕੱਪੜੇ ਸੀਗੇ ਲਏ, ਆਪਣੇ ਪਾਟੇ ਪੁਰਾਣੇ ਜਿਹੇ ਤੇ ਲੈ ਕੇ ਤੁਰ ਪਏ ਜੀ। ਮੈਂ ਸਿੱਧੇ ਆਪਣੇ ਸਹੁਰਿਆਂ ਦੇ ਗਿਆ, ਉੱਥੇ ਰਿਹਾ ਮਹੀਨਾ ਕੁ। ਉੱਥੇ ਫਿਰ ਕਿੰਨਾ ਕੁ ਚਿਰ ਰਹਿਣਾ ਸੀ, ਆਖਿਰਕਾਰ ਆਉਣਾ ਹੀ ਸੀ। ਫਿਰ ਭੈਣੀ ਸਾਹਿਬ ਆਇਆ, ਮੈਂ ਮਨ ਬਹੁਤ ਉਦਾਸ ਸੀਗਾ। ਉਦੋਂ ਫਿਰ ਅੱਸੂ ਦਾ ਮੇਲਾ ਸ਼ੁਰੂ ਹੋ ਗਿਆ। ਇਹ 97 ਦੀ ਗੱਲ ਹੈ। ਅੱਸੂ ਦਾ ਮੇਲਾ ਸ਼ੁਰੂ ਹੋ ਗਿਆ ਤੇ ਮੈਂ ਰੋਜ਼ ਨਾਮ ਸਿਮਰਨ ਕਰਿਆ ਕਰਨਾ, ਰੋਜ਼ ਰੂਟੀਨ ਪੁਰਾਣੀ ਆਪਣੀ, ਪ੍ਰਯੋਗ ਜਾਣਾ, ਨਾਮ ਸਿਮਰਨ ਕਰਨਾ। ਜਦੋਂ ਮਨ ਟੁੱਟਿਆ ਹੋਏ ਨਾ ਬੰਦੇ ਦਾ, ਫਿਰ ਸੱਚ ਪਾਹੇ ਵੱਲ ਧਿਆਨ ਵੀ ਵਾਹਵਾ ਜਾਂਦਾ ਹੈ। ਸੱਚ ਪਾਹੇ ਵੱਲ ਧਿਆਨ ਵਧੀਆ ਲੱਗਦਾ ਫਿਰ। ਤੇ ਹੋਇਆ ਕਿ ਇੱਕ ਦਿਨ ਮੇਰੇ ਦਿਲ 'ਚ ਆਈ ਵੀ ਸੱਚੇ ਪਾਤਸ਼ਾਹ ਗਰੀਬ ਆ, ਲਾਜਤ ਰੱਖੋ ਸਾਡੀ, ਸਾਨੂੰ ਵੀ ਕਿਤੇ ਖੁਸ਼ੀਆਂ ਬਖਸ਼ਿਓ। ਅਸੀਂ ਮੇਰੇ ਪਿਤਾ ਜੀ ਵੀ ਆਏ ਹੋਏ ਸੀ ਅੱਸੂ ਦੇ ਮੇਲੇ ਵਿੱਚ। ਸੱਚ ਪਾਹੇ ਪਿਤਾ ਜੀ ਕਹਿੰਦੇ ਆਪਾਂ ਨਾ ਅੱਜ ਕੋਠੀ ਚੱਲੀਏ, ਗੇੜਾ ਮਾਰ ਕੇ ਦਰਸ਼ਨ ਮੇਲਾ ਕਰਕੇ ਆਈਏ। ਤੇ ਜਦੋਂ ਅਸੀਂ ਕੋਠੀ ਗਏ ਤੇ ਇੱਕ ਨਾ ਰੁੱਖ ਸੀਗਾ, ਉੱਥੇ ਅਸੀਂ ਬੈਠੇ। ਜਦੋਂ ਉੱਥੇ ਬੈਠੇ ਮੇਰੇ ਪਿਤਾ ਜੀ ਕਹਿਣ ਲੱਗੇ, ਬਲਬੀਰ ਸਿੰਘ ਜਹੇਦਾਰ ਵੀ ਨਾਲ ਸੀ, ਕਹਿਣ ਲੱਗੇ ਮੇਰੇ ਬੱਚੇ ਵੀ ਕਿਤੇ ਸੇਵਕ ਹੋਣ। ਮੇਰੇ ਪਿਤਾ ਜੀ ਬਹੁਤ ਸਾਧੂ ਸੀਗੇ, ਨਾਮ ਬਹੁਤ ਜਪਦੇ ਸੀਗੇ। ਇਹ 97 ਦੀ ਗੱਲ ਹੈ। ਤੇ 97 ਵਿੱਚ ਅੱਸੂ ਦੇ ਮੇਲੇ ਦੇ ਵਿੱਚ ਨਾ ਮੈਨੂੰ ਮੇਰੇ ਦਿਲ 'ਚ ਹੀ ਇਹ ਗੱਲ ਜਦੋਂ ਆਈ ਤੇ ਇਹੋ ਜਿਹੀ ਬਿਧ ਬਣ ਗਈ। ਸਤਨਾਮ ਸਿੰਘ ਜੀ ਲੰਗਰੀ ਸਤਿਗੁਰੂ ਜੀ ਦੇ, ਉਹ ਮੈਨੂੰ ਨਾ ਲੰਗਰ 'ਚ ਮਿਲੇ ਸਵੇਰੇ ਵਾਰ ਤੋਂ ਬਾਅਦ 'ਚ ਨਾ, ਲੰਗਰ ਵਿੱਚ ਮਿਲੇ ਤੇ ਮੈਨੂੰ ਕਹਿੰਦੇ ਸਤਨਾਮ ਮੇਰਾ ਦਿਲ ਕਰਦਾ ਵੀ ਤੂੰ ਨਾ ਮੇਰੀ ਹੈਲਪ ਕਰਾ। ਮੈਂ ਕਿਹਾ ਸੰਜੀ ਦੱਸੋ, ਮੈਂ ਤਾਂ ਆਪ ਜੀ ਦੀ ਕੀ ਹੈਲਪ ਕਰ ਸਕਦਾ। ਕਹਿੰਦੇ ਤੂੰ ਨਾ ਮੇਰੇ ਨਾਲ ਆ। ਉਹ ਨਾ ਮੈਨੂੰ ਕੋਠੀ ਲੈ ਆਏ। ਉਦੋਂ ਕੋਠੀ ਸਾਨੂੰ ਇੰਨਾ ਡਰ ਹੁੰਦਾ ਸੀਗਾ ਵੀ ਅਸੀਂ ਕੋਠੀ ਦੇ ਨੇੜੇ ਨਹੀਂ ਜਾਂਦੇ ਹੁੰਦੇ ਸੀ, ਸਿਕਿਉਰਿਟੀ ਵਾਲੇ ਤੋਂ ਬਹੁਤ ਡਰ ਲੱਗਦਾ ਹੁੰਦਾ ਸੀਗਾ। ਤੇ ਉੱਦਾਂ ਵੀ ਕਦੀ ਅਸੀਂ ਕੋਠੀ ਗਏ ਹੀ ਨਹੀਂ ਸੀਗੇ। ਤੇ ਮੈਨੂੰ ਜਦੋਂ ਅੰਦਰ ਲੈ ਆਏ ਨਾ, ਮੈਂ ਡਰਦਾ ਗਿਆ ਅੰਦਰ। ਤੇ ਮੈਨੂੰ ਕਹਿਣ ਲੱਗੇ ਵੀ ਤੂੰ ਨਾ ਮੇਰੇ ਨਾਲ ਇੱਥੇ ਸੇਵਾ ਕਰਾਇਆ ਕਰ ਉੱਪਰ ਰਸੋਈ ਦੇ ਵਿੱਚ, ਤੇ ਤੂੰ ਕਿਤੇ ਹੋਰ ਨਹੀਂ ਜਾਣਾ, ਮੇਰੇ ਕੋਲ ਰਹਿਣਾ, ਇੱਥੇ ਸੇਵਾ ਕਰਾਇਆ ਕਰ, ਅੱਸੂ ਦਾ ਮੇਲਾ ਮੇਰੇ ਨਾਲ ਲਵਾ। ਚਲੋ ਮੈਂ ਸਵੇਰੇ 2 ਵਜੇ ਪ੍ਰਯੋਗ ਜਾਇਆ ਕਰਨਾ। ਉਹਨਾਂ ਨੇ ਸਿਕਿਉਰਿਟੀ ਵਾਲੇ ਸਾਰਿਆਂ ਨੂੰ ਕਹਿ ਛੱਡਿਆ ਵੀ ਇਹ ਆਵੇ ਨੂੰ ਰੋਕਣਾ ਨਹੀਂ। ਤੇ ਮੈਂ 4 ਵਜੇ ਜਾਣਾ, ਉੱਥੇ ਸਾਰੇ ਜਿੰਨੇ ਭਾਂਡੇ ਹੋਣੇ ਮੈਂ ਮਾਂਜ ਦੇਣੇ, ਸਫਾਈ ਕਰ ਦੇਣੀ, ਤੇ ਫਿਰ ਲੰਗਰ 'ਚੋਂ ਜਾ ਕੇ ਪ੍ਰਸ਼ਾਦਾ ਲਿਆ ਜਾਣਾ। ਅੱਸੂ ਦਾ ਮੇਲਾ ਸਾਰਾ ਇਸੇ ਤਰ੍ਹਾਂ ਹੀ ਲੰਘਿਆ। ਦੁਪਹਿਰ ਨੂੰ ਵੀ ਸਵੇਰ ਨੂੰ ਵੀ ਨਾਮ ਸਿਮਰਨ ਕਰਨਾ। ਉਸ ਵੇਲੇ ਮਨ ਇੰਨਾ ਵਧੀਆ ਸੀਗਾ, ਸੇਵਾ ਕਰਨ ਨੂੰ ਮਨ ਵੀ ਕਰਦਾ ਸੀ, ਕਿਉਂਕਿ ਜਦੋਂ ਦੁਨੀਆ ਨਾਲ ਦਿਲ ਟੁੱਟ ਜਾਵੇ ਨਾ ਫਿਰ ਇਸ ਤਰ੍ਹਾਂ ਹੁੰਦਾ। ਤੇ ਮੈਂ ਸਾਰਾ ਮਹੀਨਾ ਇਸੇ ਤਰ੍ਹਾਂ ਸੇਵਾ ਕੀਤੀ ਨਾਲੇ। ਤੇ ਫਿਰ ਮੈਨੂੰ ਸੰਤ ਕਹਿਣ ਲੱਗੇ, ਸੰਤ ਸਤਨਾਮ ਸਿੰਘ ਜੀ ਕਹਿੰਦੇ ਸਤਨਾਮ 1 ਮਹੀਨੇ ਵਾਸਤੇ ਹੀ ਤੇਰੇ ਕੋਲ ਸੇਵਾ ਲੈਣੀ ਸੀ। ਮੈਂ ਕਿਹਾ ਠੀਕ ਹੈ ਜੀ ਸੰਤ ਜੀ, ਜਿਵੇਂ ਤੁਹਾਡੀ ਰਜ਼ਾ। ਫਿਰ ਮੈਂ ਪੁਰਾਣੀ ਰੂਟੀਨ 'ਤੇ ਆ ਗਿਆ ਆਪਣੀ। ਤੇ ਸੱਚ ਪਾਹੇ ਕੋਲ ਤੇ ਅੰਦਰ ਦਰਸ਼ਨ ਮੇਲੇ ਜੋ ਨਹੀਂ ਜਾਣ ਨੂੰ ਮਿਲਣ ਕਰਨੇ, ਜਾ ਕੇ ਕਰਨੇ ਨਾ, ਉੱਥੇ ਜਾਣ ਨੂੰ ਮਿਲਣਾ। ਪਰ ਇਹ ਆ ਵੀ ਹਰੀ ਮੰਦਰ ਵਿੱਚ ਦਰਸ਼ਨ ਜ਼ਰੂਰ ਕਰਨੇ ਅਸੀਂ। ਇਸੇ ਤਰ੍ਹਾਂ
ਕਰਦਾ ਕਰਾਉਂਦਿਆਂ ਵੀ 2 ਸਾਲ ਹੋਰ ਲੰਘ ਗਏ। ਜਦੋਂ 2 ਸਾਲ ਲੰਘ ਗਏ ਤੇ ਅੱਸੂ ਦਾ ਮੇਲਾ 99 ਦਾ ਅੱਸੂ ਦਾ ਮੇਲਾ ਜਿਹੜਾ ਸੀ, ਤੇ ਉਸ ਅੱਸੂ ਦੇ ਮੇਲੇ 'ਚ ਫਿਰ ਇਹਨਾਂ ਨੇ ਮੈਨੂੰ ਕਿਹਾ, ਇੱਕ ਛੱਡ ਕੇ ਵਿੱਚ ਫਿਰ ਕਿਹਾ ਇਹਨਾਂ ਨੇ ਵੀ ਸਤਨਾਮ ਤੂੰ ਆ ਜਾ ਸੇਵਾ ਕਰਨ। ਮੈਂ ਆ ਗਿਆ ਉੱਥੇ, ਅਸੀਂ ਸੇਵਾ ਕਰਦੇ ਰਹੇ ਇਸੇ ਤਰ੍ਹਾਂ। ਜਿਹੜੀ ਰੂਟੀਨ ਸਾਡੀ ਉਹ ਰੂਟੀਨ ਸੱਚ ਪੈ ਕਿਰਪਾ ਨਾਲ ਬਰਕਰਾਰ ਸੀਗੀ। ਜਦੋਂ ਸਾਰਾ ਅੱਸੂ ਦਾ ਮੇਲਾ ਲੰਘ ਗਿਆ ਨਾ, ਤੇ ਮੇਰੇ ਪਿਤਾ ਜੀ ਵੀ ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਬੱਚਿਆਂ ਨੂੰ ਸੇਵਕ ਜੇ ਬੱਚੇ ਸੇਵਕ ਹੋਣ ਤੇ ਸਾਡੇ ਵੀ ਕਿਤੇ ਦੁਨੀਆ 'ਤੇ ਨਾ ਰਹਿ ਜਾਵੇ। ਤੇ ਜਦੋਂ ਇਹ ਗੱਲ ਹੋਈ ਤੇ ਅੱਸੂ ਦਾ ਮੇਲਾ ਵੀ ਲੰਘ ਗਿਆ। ਮੈਂ ਦਰਾਏ ਗਿਆ ਹੋਇਆ ਸੀਗਾ 31 ਦੀ 2 ਤਰੀਕ ਨੂੰ, 99 ਦਾ ਸਾਲ ਸੀਗਾ। ਤੇ 31 ਦੀ 2 ਤਰੀਕ ਨੂੰ ਮੈਨੂੰ ਘਰੇ ਗੁਰਮੁਖ ਸਿੰਘ ਡਰਾਈਵਰ ਘਰੇ ਗਏ, ਕਹਿੰਦੇ ਵੀ ਸਤਨਾਮ ਕਿੱਥੇ ਆ, ਉਹਨੂੰ ਭੇਜੋ। ਚਲੋ ਉਦੋਂ ਫੋਨ ਤਾਂ ਨਹੀਂ ਹੁੰਦੇ ਸੀਗੇ, ਫੋਨ ਸਾਡੇ ਕੋਲ ਕਿੱਥੇ, ਗਰੀਬ ਬੰਦੇ ਸੀ, ਫੋਨ ਤਾਂ ਹੈ ਨਹੀਂ ਸੀ। ਪਰ ਜਦੋਂ ਮੈਂ ਘਰੇ ਆਇਆ ਤਾਂ ਮੈਨੂੰ ਸੁਨੇਹਾ ਮਿਲਿਆ ਵੀ ਤੈਨੂੰ ਕੋਠੀ ਬੁਲਾਇਆ। ਮੈਂ ਡਰ ਗਿਆ ਬਹੁਤ, ਮੈਂ ਇੰਨਾ ਜ਼ਿਆਦਾ ਡਰ ਗਿਆ ਨਾ ਵੀ ਮੈਂ ਕਿਹਾ ਕੋਈ ਗਲਤੀ ਹੋ ਗਈ, ਹੁਣ ਤਾਂ ਕੋਈ ਕੰਮ ਵੀ ਨਹੀਂ ਹੈਗਾ ਨਾ, ਵੀ ਗੁਰਮੁਖ ਡਰਾਈਵਰ ਬਿਨਾਂ ਕੰਮ ਤੋਂ ਆਉਂਦਾ ਨਹੀਂ, ਕੋਈ ਗਲਤੀ ਹੋਈ ਲੱਗਦਾ ਡਰ। ਚਲੋ ਮੈਂ ਨਾ ਡਰਦਾ ਗਿਆ ਤੇ ਜਾ ਕੇ ਨਾ ਗੈਰਜਾਂ ਵਾਲੇ ਥੱਲੇ ਨਾ ਇੱਕ ਜਾਮਨ ਦਾ ਬੂਟਾ ਸੀ, ਉੱਥੇ ਜਾ ਕੇ ਦੂਰ ਬਹਿ ਗਿਆ। ਮੈਨੂੰ ਸਿਕਿਉਰਿਟੀ ਵਾਲੇ ਰੋਕਿਆ ਤਾਂ ਨਹੀਂ, ਅੰਦਰ ਚਲ ਗਿਆ। ਮੈਂ ਅੰਦਰ ਜਾ ਕੇ ਦੂਰ ਬਹਿ ਗਿਆ। ਮੈਂ ਦੁਪਹਿਰ 2 ਵਜੇ ਦਾ ਟਾਈਮ, 1:30 ਵਜੇ ਦਾ ਟਾਈਮ ਹੋਣਾ। ਜਦੋਂ ਮੈਂ ਬਹਿ ਗਿਆ, ਸੱਚ ਪੈ ਨਿਤਨ ਵਿੱਚ ਜਾਣਾ ਸੀ, ਤੇ ਮੈਨੂੰ ਨਾ ਹਰਪਾਲ ਭਾਜੀ ਬਾਹਰ ਆਏ ਕੋਠੀ 'ਚੋਂ, ਮੇਰੇ ਕੋਲ ਆ ਕੇ ਮੇਰੀ ਬਾਂਹ ਫੜੀ ਤੇ ਮੈਨੂੰ ਕੋਠੀ ਵੱਲ ਲੈ ਗਏ। ਜਦੋਂ ਲੈ ਗਏ ਨਾ, ਮੈਂ ਸਾਰੇ ਰਾਹ ਕੰਬਦਾ ਗਿਆ, ਲੈ ਮੇਰੀ ਬਾਂਹ ਫੜੀ ਤੇ ਹੁਣ ਜ਼ਰੂਰ ਕੁਛ ਨਾ ਕੁਛ ਹੋਊਗਾ। ਵੀ ਉਦੋਂ ਇੰਨਾ ਹੁੰਦਾ ਨਹੀਂ, ਡਰ ਲੱਗਦਾ ਸੀ ਬੜਾ, ਨਾ ਕਦੀ ਇਹੋ ਜਿਹੇ ਸੋਚਿਆ ਹੀ ਸੀ। ਤੇ ਸੱਚ ਪੈ ਨਾ ਇਸ਼ਨਾਨ ਕਰਕੇ ਹਟੇ ਸੀ, ਮੈਂ ਜਾ ਕੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਤੇ ਫਿਰ ਮੈਂ ਸੋਚਿਆ ਹੁਣ ਨਹੀਂ ਡਰ ਹੈਗਾ, ਹੁਣ ਸਾਗਰਾਂ ਚਰਨਾਂ ਜਾ ਕੇ ਹੁਣ ਦੇਖੀਓ ਜਿੱਦਾਂ ਹੋਊਗੀ, ਕੋਈ ਗੱਲ ਨਹੀਂ। ਤੇ ਸੱਚ ਪੈ ਬੈਠੇ ਕੋਲ ਹਰਪਾਲ ਸਿੰਘ ਜੀ ਸੇਵਕ, ਦੀਦਾਰ ਸਿੰਘ ਜੀ ਸੇਵਕ, ਵਜ਼ੀਰ ਸਿੰਘ ਸੇਵਕ, ਰਿਸ਼ਪਾਲ ਸਿੰਘ ਜੀ, ਇਹ ਸਾਰੇ ਕੋਲ ਹੀ ਸੀਗੇ। ਤੇ ਮੈਂ ਮੱਥਾ ਟੇਕ ਕੇ ਤੇ ਮੈਂ ਹਾਲੇ ਉੱਪਰ ਨੂੰ ਹੋਇਆ, ਤੇ ਰਿਸ਼ਪਾਲ ਭਾਈ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਇਹ ਸਤਨਾਮ ਆ, ਤੇ ਜੇ ਆਪ ਜੀ ਦੀ ਰਜਾ ਹੋਵੇ ਤੇ ਇੱਥੇ ਆਪ ਜੀ ਚਰਨਾਂ ਵਿੱਚ ਸੇਵਾ ਰਹਿ ਕੇ ਕਰੇਗਾ ਜੀ, ਇੱਥੇ ਆਪ ਜੀ ਦੇ ਬਸਤਰ ਸੇਵਾ ਕਰੇਗਾ। ਤੇ ਇੱਥੇ ਸੱਚ ਕਹਿੰਦਾ ਠੀਕ ਹੈ, ਕਰੇ ਇੱਥੇ। ਮੈਨੂੰ ਨਾ ਸੁਪਨਾ ਜਿਹਾ ਲੱਗੇ ਵੀ ਇਹ ਸੁਪਨਾ ਜਿਹਾ ਹੈ, ਇੱਦਾਂ ਇਹ ਕੀ ਹੋ ਗਿਆ। ਤੇ ਮੈਂ ਇਹ ਸੋਚ ਕੇ ਤੇ ਹੈਰਾਨ ਜਿਹਾ ਹੋ ਗਿਆ, ਅੱਕਾ ਬੱਕਾ ਜਿਹਾ ਰਹਿ ਗਿਆ। ਮੈਨੂੰ ਨਾ ਇੱਕ ਸਰੀਰ ਵੀ ਹੌਲਾ ਜਿਹਾ ਹੋ ਗਿਆ, ਜਿਵੇਂ ਨਾ ਕੁਛ ਰਿਹਾ ਹੀ ਨਹੀਂ ਹੁੰਦਾ ਸਰੀਰ ਦੇ ਵਿੱਚ। ਤੇ ਮੈਨੂੰ ਕਿਹਾ ਵੀ ਤੂੰ ਬਾਹਰ ਚੱਲ ਜਾ। ਮੈਂ ਬਾਹਰ ਆ ਗਿਆ, ਸੱਚ ਪੈ ਬਸਤਰ ਵਗੈਰਾ ਪਾਏ। ਥੋੜ੍ਹੇ ਚਿਰ ਬਾਅਦ ਵਜ਼ੀਰ ਆ ਗਿਆ, ਤੇ ਵਜ਼ੀਰ ਆਇਆ, ਰਿਸ਼ਪਾਲ ਭਾਈ ਵੀ ਆ ਗਏ। ਰਿਸ਼ਪਾਲ ਭਾਈ ਨੇ ਕਿਹਾ ਵਜ਼ੀਰ ਨੂੰ ਵੀ ਤੂੰ ਨਾ ਸਾਰਾ ਸਮਝਾ ਦੇ ਇਹਨੂੰ ਵੀ ਕੱਪੜੇ ਕਿਵੇਂ ਧੋਣੇ ਨੇ ਸੱਚ ਪੈ ਦੇ, ਤੇ ਕਿਵੇਂ ਸਾਂਭਣੇ ਨੇ। ਉਹਨੇ ਮੈਨੂੰ 2-3 ਦਿਨ ਲਾ ਕੇ ਸਮਝਾਏ। ਮੈਨੂੰ ਛੇਤੀ ਮੇਰੇ ਵੀ ਸਮਝ ਨਹੀਂ ਆਏ, 2-3 ਦਿਨ ਲਾ ਕੇ ਮੈਨੂੰ ਉਹਨਾਂ ਸਾਰਾ ਸਮਝਾਇਆ, ਮੈਨੂੰ ਫਿਰ ਸਮਝ ਆਇਆ। ਚਲੋ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਮੈਂ ਸੇਵਾ ਕਰਨੀ ਸ਼ੁਰੂ ਕਰਤੀ ਪਾਤਸ਼ਾਹੀ ਚਰਨਾਂ 'ਚ। ਮੈਂ ਸੇਵਾ ਕਰਦਾ ਰਿਹਾ ਵਾਹਵਾ ਚਿਰ, 2-3 ਸਾਲ ਇਸ ਤਰ੍ਹਾਂ ਹੀ ਲੰਘੇ ਸੇਵਾ ਕਰਦਿਆਂ ਨਾ। ਤੇ ਸੱਚ ਪੈ ਨੂੰ ਦੂਰੋਂ ਮੱਥਾ ਟੇਕਣਾ, ਨੇੜੇ ਜਾਣ ਦੀ ਹਿੰਮਤ ਹੀ ਨਾ ਪੈਣੀ। ਤੇ ਸ਼ਾਮ ਨੂੰ ਜਦੋਂ ਸਾਧ ਸੰਗਤ ਨੇ ਬਹਿਣਾ ਸੱਚ ਪੈ ਚਰਨਾਂ 'ਚ ਹਾਸਾ ਮਜ਼ਾਕ ਚੱਲਣਾ, ਤੇ ਮੈਂ ਵੀ ਪਿੱਛੇ ਜੇ ਜਾ ਕੇ ਬਹਿ ਜਾ ਕਰਨਾ। ਪਰ ਉਦੋਂ ਚਾਹ ਬਹੁਤ ਹੁੰਦਾ ਸੀ ਸੱਚ ਪੈ ਚਰਨਾਂ 'ਚ ਜਾਣ ਦਾ, ਕੋਲ ਦਿਲ ਕਰਦਾ ਕੋਲ ਹੀ ਰਹੀਏ ਹਰਦਮ, ਹੈ ਨਾ। ਫਿਰ 2003 ਦੇ ਵਿੱਚ ਵਜ਼ੀਰ ਸਿੰਘ ਸੱਚ ਪੈ ਖੁਸ਼ੀਆਂ ਲੈ ਕੇ ਚਲੇ ਗਿਆ, ਛੁੱਟੀ ਲੈ ਲਈ ਉਹਨੇ, ਖੁਸ਼ੀਆਂ ਲੈ ਲਈਆਂ, ਪਾਸ਼ੇ ਬਹੁਤ ਖੁਸ਼ੀਆਂ ਦਿੱਤੀਆਂ ਉਹਨੂੰ। ਫਿਰ ਸੱਚ ਪੈ ਮੈਨੂੰ ਹੁਕਮ ਕੀਤਾ, ਸਤਨਾਮ ਤੂੰ ਨਾ ਕੋਠੀ ਸੋਇਆ ਕਰ। ਮੈਂ ਕਿਹਾ ਸਤ ਬਚਨ, ਸੱਚ ਪੈ ਹੁਕਮ ਕਰਨ ਤੇ ਖੁਸ਼ੀ ਹੁੰਦੀ ਹੈ, ਮੰਨਣ ਨੂੰ ਦਿਲ ਕਰਦਾ ਸੱਚ ਪੈ ਕੋਲ ਹੀ ਰਹੀਏ, ਇਹ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ। ਕਰਕੇ ਤੇ ਮੈਂ ਰੋਜ਼ ਸ਼ਾਮ ਨੂੰ ਕੋਠੀ ਦੇ ਪਿਛਲੇ ਕਮਰੇ ਜਾ ਕੇ ਸੌਂ ਜਾਇਆ ਕਰਨਾ। ਕੁਛ ਦਿਨ ਸੌਂਦਾ ਰਿਹਾ, ਫਿਰ ਮੈਂ ਸੋਚਿਆ ਵੀ ਕੋਈ ਸੱਚ ਪੈ ਹੁਕਮ ਵੀ ਨਹੀਂ ਕਰਦੇ, ਕੋਈ ਬੁਲਾਉਂਦੇ ਵੀ ਨਹੀਂ ਕਦੀ, ਤਾਂ ਮੈਂ ਲੇਟ ਥੋੜ੍ਹਾ ਜਾਣਾ ਸ਼ੁਰੂ ਕਰਤਾ। ਕਦੀ 8 ਵਜੇ ਜਾਣਾ, ਕਦੀ 9 ਵਜੇ, ਕਦੀ 9:30। ਤੇ ਇੱਕ ਦਿਨ ਸੱਚ ਪੈ ਭੇਜਿਆ ਹਰਪਾਲ ਭਾਈ ਨੂੰ, ਮੈਂ ਜਦ ਦੇਖ ਕੇ ਆ ਬਈ ਉੱਥੇ ਸੁੱਤਾ। ਮੈਂ ਕੁਦਰਤੀ ਉਦੋਂ ਲੇਟ ਸੀ ਥੋੜ੍ਹਾ ਜਿਹਾ, ਤੇ ਲੇਟ ਸੀਗਾ। ਫਿਰ ਉਹਨਾਂ ਨੇ ਨਾ ਅਰਜ਼ ਕੀਤੀ, ਸੱਚ ਪੈ ਨਹੀਂ ਆਇਆ ਨਹੀਂ ਹਲੇ। ਚਲੋ ਮੈਂ ਥੋੜ੍ਹੇ ਚਿਰ ਬਾਅਦ ਮੈਂ ਆ ਗਿਆ।
ਉਹਨਾਂ ਮੈਨੂੰ ਕਿਹਾ ਕੁਛ ਨਹੀਂ, ਮੈਨੂੰ ਸਵੇਰੇ ਦੱਸਿਆ ਉਹਨਾਂ ਨੇ ਵੀ ਇੱਦਾਂ ਸੱਚਪਾ ਤੇਰੇ ਵਾਸਤੇ ਪੁੱਛਿਆ ਸੀ। ਅਤੇ ਮੈਂ ਥੋੜ੍ਹਾ ਜਿਹਾ ਪਹਿਲੇ ਆ ਗਿਆ। ਜਦੋਂ ਪਹਿਲੇ ਆ ਗਿਆ ਤਾਂ ਫਿਰ ਪਹਿਲੇ ਆ ਕੇ ਸੌਂ ਗਿਆ। ਸੱਚਪਾ ਫਿਰ ਭੇਜਿਆ ਵੀ ਦੇਖ ਕੇ ਸੁੱਤਾ। ਉਦੋਂ ਦੀਦਾਰ ਸਿੰਘ ਨੂੰ ਭੇਜਿਆ ਵੀ ਦੇਖ ਕੇ ਵੀ ਸੁੱਤੇ ਹੋਏ ਨੇ। ਮੈਂ ਉਦੋਂ ਦੇਖ ਕੇ ਚਲ ਗਿਆ ਵੀ ਹਾਂਜੀ ਸੁੱਤੇ ਨੇ। ਇਸ ਤਰ੍ਹਾਂ ਕਰਦੇ ਕਰਦੇ ਜੀ ਵਾਹਵਾ ਟਾਈਮ ਲੰਘ ਗਿਆ, ਵਾਹਵੇ ਦਿਨ ਲੰਘੇ ਜੀ। ਜਦੋਂ ਲੰਘ ਗਏ ਤਾਂ ਸੱਚ ਪਾਤਸ਼ਾਹ ਜੀ ਮੇਰਾ ਦਿਲ ਕੀਤਾ ਵੀ ਸੱਚ ਪਾਤਸ਼ਾਹ ਕੋਈ ਹੁਕਮ ਵੀ ਨਹੀਂ ਕਰਦੇ। ਮੈਂ ਘਰੋਂ ਵੀ ਰਾਤ ਇੱਥੇ ਸੌਣਾ, ਦਿਨੇ ਵੀ ਇੱਥੇ ਰਹਿਣਾ, ਅਤੇ ਮੈਂ ਘਰੇ ਸੌ ਜਾ ਕਰਨਾ। ਮੈਂ ਅਰਜ਼ ਨਾ ਕੀਤੀ, ਮੈਂ ਘਰੇ ਸੌਂ ਗਿਆ ਆ ਕੇ। ਜਦੋਂ ਘਰੇ ਸੌਂ ਗਿਆ ਤਾਂ ਸੱਚ ਪਾਤਸ਼ਾਹ ਫਿਰ ਪੁੱਛਿਆ ਉਹਨਾਂ ਨੂੰ ਵੀ ਉਹ ਆਇਆ ਨਹੀਂ। ਅਤੇ ਦੀਦਾਰ ਸਿੰਘ ਜੀ ਆਏ, ਕਹਿੰਦੇ ਸਤਨਾਮ ਤੂੰ ਆਇਆ ਨਹੀਂ। ਮੈਂ ਕਿਹਾ ਅੱਛਾ ਜਿੱਥੇ ਮੈਨੂੰ ਬੁਲਾਉਂਦੇ ਤਾਂ ਹੈ ਨਹੀਂ, ਨਾ ਕਦੀ ਸੱਚ ਪਾਤਸ਼ਾਹ ਕੋਈ ਹੁਕਮ ਕੀਤਾ। ਅਤੇ ਮੈਂ ਇਸ ਕਰਕੇ ਸੋਚਿਆ ਮੈਂ ਘਰੇ ਸੌਂ ਜਾ ਕਰਾਂ। ਸੱਚ ਪਾਤਸ਼ਾਹ ਇਹਨਾਂ ਨੇ ਜਾ ਕੇ ਅਰਜ਼ ਕਰਤੀ। ਸੱਚ ਪਾਤਸ਼ਾਹ ਨੂੰ ਤਾਂ ਨਹੀਂ, ਉਹਨੂੰ ਕਹਾਂ ਇੱਥੇ ਹੀ ਸੌਣਾ, ਜੋ ਮਰਜ਼ੀ ਹੈ ਤੂੰ ਇੱਥੇ ਹੀ ਸੌਣਾ, ਤੂੰ ਨਹੀਂ ਘਰੇ ਸੌਣਾ। ਮੈਂ ਕਿਹਾ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇੱਥੇ ਸੌਣਾ। ਮੈਂ ਕਿਹਾ ਠੀਕ ਹੈ ਸਤਪਾਲ ਜਿਵੇਂ ਜਜਿਆ ਜੀ। ਮੈਂ ਉੱਥੇ ਸੌਣ ਲੱਗ ਗਿਆ ਜੀ, ਫਿਰ ਸੌਣਾ ਸ਼ੁਰੂ ਕਰਤਾ। ਇਸ ਤਰ੍ਹਾਂ ਕਰਦੇ ਕਰਦੇ 6 ਮਹੀਨੇ ਫਿਰ ਲੰਘ ਗਏ ਜੀ। ਮੇਰੇ ਦਿਲ 'ਚ ਆਈ ਸੱਚੇ ਪਾਤਸ਼ਾਹ ਰੋਜ਼ ਮੈਨੂੰ ਉੱਥੇ ਸਵਾਲੇ ਨੇ ਆਪ ਜੀ, ਕਦੀ ਹੁਕਮ ਵੀ ਨਹੀਂ ਕਦੀ ਕਰਦੇ, ਕਦੀ ਬੁਲਾਉਂਦੇ ਵੀ ਨਹੀਂ। ਉਹ ਰਾਤ ਨੂੰ ਜਦ ਕਦੀ ਬੁਲਾਓ ਵੀ। ਇੱਕ ਦਿਨ 2 ਨੰਬਰ ਕੋਠੀ ਦੁਪਹਿਰ ਦਾ ਟਾਈਮ ਸੱਚੇ ਪਾਤਸ਼ਾਹ ਮੈਨੂੰ ਹੁਕਮ ਕਰਦੇ ਮੈਂ ਨਾ ਮੈਦਾਨ ਜਾਣਾ। ਮੇਰੀ ਨਾ ਜਿਵੇਂ ਪੱਕਿਆਈ ਕਰ ਰਹੇ ਸੀ ਸੱਚ ਪਾਤਸ਼ਾਹ, ਮੈਨੂੰ ਪੱਕੇ ਕਰ ਰਹੇ ਸੀ ਵੀ ਕਿੱਦਾਂ ਤੂੰ ਨਾਲ ਰਹਿਣਾ ਹੈ। ਸੱਚ ਪਾਤਸ਼ਾਹ ਕਹਿੰਦੇ ਮੈਂ ਨਾ ਮੈਦਾਨ ਚੱਲਿਆ ਅਤੇ ਤੂੰ ਮੇਰੇ ਹੱਥ ਧੋਣੇ। ਮੈਂ ਕਿਹਾ 7 ਵਜੇ। ਮੈਂ ਬਹਿ ਗਿਆ। ਜਦੋਂ ਬਹਿ ਗਿਆ ਸੱਚ ਪਾਤਸ਼ਾਹ ਮੈਂ ਹੱਥ ਧੋਣ ਗਿਆ ਤਾਂ ਮੈਨੂੰ ਹੁਣ ਪਤਾ ਨਹੀਂ ਸੀਗਾ, ਪਹਿਲੀ ਵਾਰੀ ਸੀਗਾ ਮੇਰਾ। ਅਤੇ ਮੈਂ ਉੱਥੇ ਕੰਬਾਂ 'ਤੇ ਮੈਂ ਹੱਥ ਧੋਣ ਲੱਗਾ। ਸੱਚ ਪਾਤਸ਼ਾਹ ਨਾ ਮੈਨੂੰ ਪਤਾ ਹੀ ਨਹੀਂ ਕਿੱਦਾਂ ਧੋਣੇ ਨੇ, ਨਾ ਮੈਨੂੰ ਕਿਸੇ ਨੇ ਦੱਸਿਆ ਹੀ ਸੀ। ਅਤੇ ਸੱਚ ਪਾਤਸ਼ਾਹ ਨਾ ਪੂਰਬਾ ਜੀ ਨੂੰ ਆਵਾਜ਼ ਮਾਰੀ ਬਾਹਰੋਂ ਵੀ ਪੂਰਬਾ ਇੱਧਰ ਆ, ਹੱਥ ਧੋ ਮੇਰੇ। ਕੋਈ ਸੱਚ ਪਾਤਸ਼ਾਹ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਹੱਥ ਧੋਣ ਵਾਸਤੇ ਸੱਚ ਪਾਤਸ਼ਾਹ ਮੰਗਦਾ ਸੀ ਮੈਨੂੰ। ਜਦੋਂ ਪੂਰਬੇ ਨੇ ਹੱਥ ਧੋਏ ਤਾਂ ਮੈਂ ਕੋਲ ਬੈਠਾ ਦੇਖ ਰਿਹਾ ਹਾਂ। ਅਤੇ ਉਦੋਂ ਸੱਚ ਪਾਤਸ਼ਾਹ ਜਦੋਂ ਮੈਨੂੰ ਹੁਕਮ ਕੀਤਾ ਅਤੇ ਉਸ ਤੋਂ ਬਾਅਦ ਸੱਚ ਪਾਤਸ਼ਾਹ ਫਿਰ ਮੈਨੂੰ ਕਿੰਨਾ ਚਿਰ ਫਿਰ ਨਹੀਂ ਹੁਕਮ ਕੀਤਾ। ਜਿਵੇਂ ਨਾ ਮੇਰੀ ਪ੍ਰੀਖਿਆ 'ਚ ਪਾਸ ਨਹੀਂ, ਮੈਂ ਫੇਲ ਹੋ ਗਿਆ ਸੀ। ਫਿਰ ਕਰਦਿਆਂ ਕਰਾਉਂਦਿਆਂ ਫਿਰ ਮੈਨੂੰ ਨਾ ਘੱਟੋ ਘੱਟ 6 ਮਹੀਨੇ ਫਿਰ ਲੰਘੇ। ਜਦੋਂ 6 ਮਹੀਨੇ ਲੰਘੇ ਫਿਰ ਸੱਚ ਪਾਤਸ਼ਾਹ ਬੰਗਲੌਰ ਸਨ 2004 ਦੀ ਗੱਲ ਹੋਣੀ ਹੈ। 2004 ਦੇ ਵਿੱਚ ਸ਼ਾਮ ਨੂੰ ਅਸੀਂ ਸਾਰੇ ਬੈਠੇ ਕਮਰੇ ਦੇ ਵਿੱਚ, ਰਿਸ਼ਪਾਲ ਭਾਜੀ ਵੀ ਅਤੇ ਹਰਪਾਲ ਸਿੰਘ, ਦੀਦਾਰ ਸਿੰਘ ਸਾਰੇ ਬੈਠੇ। ਅਤੇ ਸੱਚ ਪਾਤਸ਼ਾਹ ਕਹਿੰਦਾ ਸਾਰੇ ਬਾਹਰ ਚੱਲੋ। ਮੈਂ ਫਟਾਫਟ ਉੱਠਿਆ ਅਤੇ ਬਾਹਰ ਜਾਣ ਲੱਗੇ। ਸੱਚ ਪਾਤਸ਼ਾਹ ਮੇਰੇ ਵੱਲ ਵੇਖ ਕੇ ਨਾ ਇਸ਼ਾਰਾ ਕਰਕੇ ਕਹਿੰਦੇ ਬਹਿ ਜਾ ਤੂੰ। ਮੈਂ ਬਹਿ ਗਿਆ ਥੱਲੇ, ਬਾਕੀ ਸਾਰੇ ਬਾਹਰ ਚੱਲ ਗਏ। ਸੱਚ ਪਾਤਸ਼ਾਹ ਕਹਿੰਦੇ ਮੈਂ ਨਾ ਇਸ਼ਨਾਨ ਕਰਨਾ, ਮੇਰਾ ਇਸ਼ਨਾਨ ਕਰਾ। ਕਿੰਨਾ ਚਿਰ ਹੋ ਗਿਆ ਲੰਘ ਗਿਆ, ਮੈਨੂੰ ਕਦੀ ਹੁਕਮ ਹੀ ਨਹੀਂ ਕੀਤਾ ਸੀਗਾ। ਅਤੇ ਮੈਂ ਡਰਾਂ ਵੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਇਸ਼ਨਾਨ ਕਿਵੇਂ ਕਰਾਉਣਾ, ਮੈਂ ਕਦੀ ਦੇਖਿਆ ਹੀ ਨਹੀਂ ਗਾ। ਹੁਣ ਆਮ ਦਾ ਕਿਸੇ ਦਾ ਇਸ਼ਨਾਨ ਕਰਨਾ ਹੋਵੇ ਤਾਂ ਉਹ ਪਤਾ ਹੀ ਹੈ, ਜੋ ਸਿੰਪਲ ਆਪਣਾ ਹੁੰਦਾ। ਹੁਣ ਗੁਰੂ ਦਾ ਇਸ਼ਨਾਨ ਕਰਾਉਣਾ ਤਾਂ ਪਤਾ ਹੀ ਨਹੀਂ ਸੀਗਾ। ਫਿਰ ਸੱਚ ਪਾਤਸ਼ਾਹ ਜੀ ਨਾ ਮੈਨੂੰ ਆਪ ਹੁਕਮ ਕਰਕੇ ਸਤਨਾਮ ਇੱਦਾਂ ਕਰ, ਸਤਨਾਮ ਇੱਦਾਂ ਕਰ, ਆਹ ਕਰ, ਉੱਦਾਂ ਕਰ, ਸਾਰਾ ਕਰਾ ਕੇ ਨਾ ਮੇਰੇ ਕੋਲ ਆਪ ਇਸ਼ਨਾਨ ਕੀਤਾ। ਜਦੋਂ ਇਸ਼ਨਾਨ ਕੀਤਾ ਤਾਂ ਫਿਰ ਸੱਚ ਪਾਤਸ਼ਾਹ ਕੀਤਾ ਤੂੰ ਨਾ ਅੱਜ ਤੋਂ ਰਾਤ ਨੂੰ ਮੇਰੇ ਕੋਲ ਰਹਿਣਾ ਤੂੰ। 2004 ਤੋਂ ਫਿਰ ਮੈਂ ਰੋਜ਼ ਰਾਤ ਨੂੰ ਸੱਚ ਪਾਤਸ਼ਾਹ ਕੋਲ ਰਿਹਾ ਕਰਨਾ, ਰੋਜ਼ ਕਿਰਪਾ ਕਰਨੀ, ਫਿਰ ਰੋਜ਼ ਰਾਤ ਨੂੰ ਰਹਿਣਾ। ਇੱਕ ਵਾਰੀ ਅਸੀਂ ਬੰਗਲੌਰ ਉੱਥੇ ਕਮਰੇ 'ਚ ਬੈਠੇ, ਸ਼ਾਮ ਦਾ ਟਾਈਮ ਸੀ। ਸੱਚ ਪਾਤਸ਼ਾਹ ਹੁਕਮ ਕੀਤਾ, ਰਿਸ਼ਪਾਲ ਭਾਈ ਬੈਠੇ ਸੀ, ਮੈਂ ਅੰਦਰ ਨਹੀਂ ਸੀ, ਮੈਂ ਬਾਹਰ ਸੀਗਾ। ਮੈਂ ਰਿਸ਼ਪਾਲ ਨੂੰ ਸੱਚ ਪਾਤਸ਼ਾਹ ਕਰਦੇ ਰਿਸ਼ਪਾਲ ਤੇਰਾ ਨਿੱਕਾ ਜਿਹਾ ਢਿੱਡ। ਅਤੇ ਉਹਨੇ ਜਦੋਂ ਮੈਂ ਵੀ ਆ ਗਿਆ। ਸੱਚ ਪਾਤਸ਼ਾਹ ਕਰਦੇ ਕਿੰਨਾ ਸੋਹਣਾ ਸਰੀਰ ਆ। ਉਹਨਾਂ ਦੀ ਕਿਰਪਾ ਨਾਲ ਵਧੀਆ, ਉਹਨਾਂ ਨੇ ਮੈਨੂੰ ਵਧੀਆ ਰੱਖਿਆ ਹੋਇਆ, ਉਹਨਾਂ ਦੀ ਕਿਰਪਾ ਹੋ ਰਹੀ ਹੈ। ਅਤੇ ਇਸੇ ਤਰ੍ਹਾਂ ਉਹ ਬੜੇ ਆਸ਼ੀਰਵਾਦ ਦਿੱਤੇ ਨੇ, ਉਹਨਾਂ ਬੜੀ ਬਖਸ਼ਿਸ਼ਾਂ ਕੀਤੀਆਂ ਉਹਨਾਂ ਨੇ। ਇੱਕ ਵਾਰੀ ਅਸੀਂ ਇੱਥੇ ਸਰਮੁਖ ਜੀ ਕਥਾ ਕਰਦੇ ਹੁੰਦੇ ਸੀਗੇ। ਸੱਚ ਪਾਤਸ਼ਾਹ ਕਰਦੇ ਤੁਸੀਂ ਨਾ ਕਥਾ ਕਰਿਆ ਕਰੋ, ਮੈਨੂੰ ਕਥਾ ਸੁਣਾਇਆ ਕਰੋ। ਇਹਨਾਂ ਨੇ ਨਾ ਬਲਵੰਤ ਭਾਜੀ ਉਹਨਾਂ ਕੋਲ ਬਹਿ ਜਾਣਾ, ਸ਼ਾਮ ਨੂੰ ਵਾਹਵਾ ਰੌਣਕ ਮੇਲਾ ਬਣਿਆ ਕਰਨਾ, ਇੰਨਾ ਹਾਸਾ ਮਜ਼ਾਕ ਚੱਲਿਆ ਕਰਨਾ, ਕਹਿਣ ਦੀ ਗੱਲ ਨਹੀਂ। ਸਰਮੁਖ ਜੀ ਕਥਾ ਕਰਦੇ ਕਰਦੇ ਭੁੱਲ ਜਾਂਦੇ ਹੁੰਦੇ ਸੀ। ਅਤੇ ਵਿੱਚੋਂ ਬਲਵੰਤ ਭਾਈ ਨੇ ਫਿਰ ਵਿੱਚੋਂ ਮਜ਼ਾਕ ਕਰਿਆ ਕਰਨਾ, ਹਸਾਇਆ ਕਰਨਾ। ਸੱਚ ਪਾਤਸ਼ਾਹ ਬੜੇ ਖੁਸ਼ ਹੋਇਆ ਕਰਨਾ। ਸੱਚ ਪਾਤਸ਼ਾਹ 2-2 3-3 ਘੰਟੇ ਇੱਦਾਂ ਹੀ ਕਥਾ ਸੁਣਿਆ ਕਰਨੀ। ਇੱਕ ਦਿਨ ਦੁਪਹਿਰ ਨੂੰ ਇੱਦਾਂ ਹੀ ਬਹਿ ਗਏ, ਦੁਪਹਿਰ ਨੂੰ ਬੈਠੇ ਅਤੇ ਸੱਚ ਪਾਤਸ਼ਾਹ ਇੱਦਾਂ ਹੀ ਰੌਣਕ ਮੇਲਾ ਬੜਾ ਬਣਿਆ, ਬੜਾ ਰੰਗ ਬਣਿਆ।
ਹਾਸਾ ਮਜ਼ਾਕ ਚੱਲ ਰਿਹਾ, ਸਰਮੁਖ ਜੀ ਕਥਾ ਸੁਣਾ ਰਹੇ ਨੇ। ਅਤੇ ਕਥਾ ਕਰਦੇ ਕਰਦੇ ਨਾ ਸਚਪਾ ਇੱਕਦਮ ਹੱਸਣਾ ਬੰਦ ਕਰਤਾ, ਸ਼ਾਂਤ ਹੋ ਗਏ, ਚੁੱਪ ਕਰਕੇ ਬਹਿ ਗਏ, ਸਾਰੇ ਚੁੱਪ ਕਰਕੇ, ਕਥਾ ਵੀ ਬੰਦ ਹੋ ਗਈ। ਸਚਪਾ ਤਾਂ ਗੁਰਮੁਖ ਨੂੰ ਕਹੋ ਗੱਡੀ ਲਿਆਵੇ। ਜਦੋਂ ਗੱਡੀ ਲੈਣ ਗਏ, ਗੱਡੀ ਆ ਗਈ, ਲੈਕਸਸ ਗੱਡੀ ਆਈ, ਗੁਰਮੁਖ ਭਾਈ ਬਹਿ ਗਿਆ, ਅਸੀਂ ਵੀ, ਮੈਂ ਵੀ ਬਹਿ ਗਿਆ। ਸਚਪਾ ਕਿਰਪਾ ਕੀਤੀ, ਮੈਂ ਵੀ ਬਹਿ ਜਾਂਦਾ ਹੁੰਦਾ, ਫਿਰ ਝਾਕਾ ਵੀ ਥੋੜ੍ਹਾ ਖੁੱਲ੍ਹ ਗਿਆ ਸੀ, ਮੈਂ ਵੀ ਨਾਲ ਬਹਿ ਗਿਆ। ਰਿਸ਼ਪਾਲ ਭਾਜੀ ਸੀਗੇ ਨਾਲ, ਹੋਰ ਤਾਂ ਹੁਣ ਧਿਆਨ ਨਹੀਂ ਕੌਣ ਸੀਗੇ। ਅਤੇ ਅਸੀਂ ਜਦੋਂ ਗੇਟ ਤੋਂ ਬਾਹਰ ਨਿਕਲੇ ਨਾ, ਮੇਨ ਗੇਟ ਤੋਂ, ਸੱਚੇ ਪਾਤਸ਼ਾਹ ਗੁਰਮੁਖ ਸੱਚੇ ਪਾਤਸ਼ਾਹ ਨੂੰ ਅਰਜ਼ ਕਰਦਾ ਵੀ ਸੱਚੇ ਪਾਤਸ਼ਾਹ ਕਿੱਧਰ ਨੂੰ ਜਾਣਾ। ਸੱਚੇ ਪਾਤਸ਼ਾਹ ਤਾਂ ਖੱਬੇ ਹੋਲਾ, ਸੱਜੇ ਮੁੜ, ਸੱਜੇ ਮੁੜੇ। ਫਿਰ ਅਰਜ਼ ਕੀਤੀ ਸੱਚੇ ਪਾਤਸ਼ਾਹ ਕਿੱਧਰ ਨੂੰ। ਸੱਚੇ ਪਾਤਸ਼ਾਹ ਹੁੰਦਾ ਤੂੰ ਰਾਈਆਂ ਚੱਲ, ਬਾਗ ਜਾਣਾ, ਆਪਾਂ ਬਾਗ ਵਿੱਚ ਜਾਣਾ। ਪਿੰਡ ਦੇ ਵਿੱਚੋਂ ਜਦੋਂ ਰਾਈਆਂ ਪਿੰਡ ਦੇ ਵਿੱਚੋਂ ਹੀ ਲੰਘੇ ਨਾ, ਉਦੋਂ ਗਰਮੀਆਂ ਦੇ ਦਿਨ ਸੀਗੇ, ਪੂਰੀ ਤਪਦੀ ਗਰਮੀ। ਮੈਨੂੰ ਲੱਗਦਾ ਉਦੋਂ ਟੈਂਪਰੇਚਰ ਵੀ ਜਿਹੜਾ 48-49 ਦੇ ਕਰੀਬ ਹੋਏਗਾ, ਇੰਨਾ ਟੈਂਪਰੇਚਰ। ਅਤੇ ਜਦੋਂ ਰਾਈਆਂ ਬਾਹਰ ਨਿਕਲੇ ਨਾ, ਪਰਲੀ ਸਾਈਡ ਮਾਛੂਵਾੜੇ ਵਾਲੇ ਰੋਡ 'ਤੇ ਵੇਖਿਆ ਕਿ 2 ਬੁਲਦ ਧੁੱਪੇ ਖੜ੍ਹੇ ਨੇ, ਉਹਨਾਂ ਦੀ ਜੀਭ ਬਾਹਰ ਆਈ ਹੋਈ ਹੈ, ਪਾਣੀ ਨਿਕਲ ਰਿਹਾ ਮੂੰਹ 'ਚੋਂ। ਔਰ ਅਤੇ ਉਹ ਨਾ ਅੰਦਰੋਂ ਹੀ ਜਿਵੇਂ ਐਂ ਲੱਗਦਾ ਸੀ ਜਿਵੇਂ ਅੰਦਰੋਂ ਹੀ ਅਰਦਾਸਾਂ ਕਰ ਰਹੇ ਸੱਚੇ ਪਾਤਸ਼ਾਹ ਸਾਡੀ ਲਾਜ ਰੱਖ। ਅਤੇ ਸੱਚੇ ਪਾਤਸ਼ਾਹ ਨੇ ਗੁਰਮੁਖ ਨੂੰ ਕਿਹਾ, ਗੁਰਮੁਖ ਗੱਡੀ ਰੋਕ। ਗੁਰਮੁਖ ਭਾਈ ਨੇ ਗੱਡੀ ਰੋਕੀ ਅਤੇ ਗੁਰਮੁਖ ਨੂੰ ਕਿਹਾ ਸੱਚੇ ਪਾਤਸ਼ਾਹ ਅਤੇ ਪਹਿਰੇ ਵਾਲੇ ਨੂੰ ਬੁਲਾ। ਜੱਗੀ ਆਇਆ ਭੱਜ ਕੇ। ਜਦੋਂ ਜੱਗੀ ਆਇਆ ਨਾ, ਅਤੇ ਜੱਗੀ ਨੂੰ ਸੱਚੇ ਪਾਤਸ਼ਾਹ ਨੂੰ ਕੀਤਾ, ਜੱਗੀ ਉਹ ਦੋਵੇਂ ਬਲਦਾਂ ਨੂੰ ਨਾ ਪਾਣੀ ਪਿਆ ਕੇ ਤਾਂ ਹੁਣੇ ਛਾਵੇਂ ਬੰਨ੍ਹ ਕੇ ਆ। ਸੱਚੇ ਪਾਤਸ਼ਾਹ ਉਹਨੇ 'ਤੇ ਖੜ੍ਹੇ ਰਹੇ ਉੱਥੇ। ਜਦੋਂ ਖੜ੍ਹੇ ਰਹੇ ਅਤੇ ਜੱਗੀ ਨੇ ਪਾਣੀ ਪਿਆ ਕੇ ਅਤੇ ਉਹਨਾਂ ਨੂੰ ਛਾਵੇਂ ਬੰਨ੍ਹਿਆ। ਅਤੇ ਸੱਚੇ ਪਾਤਸ਼ਾਹ ਗੁਰਮੁਖ ਭਾਈ ਨੂੰ ਹੁਕਮ ਕੀਤਾ, ਗੁਰਮੁਖਾ ਗੱਡੀ ਮੋੜ ਲੈ, ਚੱਲੀਏ ਆਪਾਂ ਵਾਪਸ। ਜਦੋਂ ਵਾਪਸ ਆ ਗਏ, ਮੈਂ ਸੋਚ ਰਿਹਾ ਸੀ ਮਨ 'ਚ, ਸੱਚੇ ਪਾਤਸ਼ਾਹ ਬੜਿਆਂ ਨੂੰ ਦੇਖਿਆ ਮੈਂ, ਉਹ ਲੋਕੀ ਦਰਜਾ ਕਰਦੇ ਸੱਚੇ ਪਾਤਸ਼ਾਹ ਸਾਨੂੰ ਸਾਡੀ ਲਾਜ ਰੱਖ। ਤੁਸੀਂ ਬੇਜ਼ਬਾਨਿਆਂ ਦੀ ਵੀ ਲਾਜ ਰੱਖਦੇ ਹੋ, ਜਿਹੜੇ ਸਮਝ ਨਹੀਂ ਸਕਦੇ, ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ, ਉਹਨਾਂ ਦੀ ਵੀ ਆਪ ਜੀ ਆਵਾਜ਼, ਜਿਵੇਂ ਉਹ ਕਹਿੰਦੇ ਨੇ ਕੀੜੀ ਦੀ ਇਲਾਜ ਵੀ ਰੱਖਦੇ ਹੋ ਤੁਸੀਂ ਆਪ ਜੀ ਉਹਨਾਂ ਦੀ ਵੀ ਇਲਾਜ ਰੱਖੀ। ਇਸੇ ਤਰ੍ਹਾਂ ਇੱਕ ਵਾਰੀ ਹੀ ਦਿੱਲੀੋਂ ਪੂਰਬਾ ਜੀ ਦੱਸਿਆ, ਮੈਂ ਤਾਂ ਨਾਲ ਨਹੀਂ ਸੀ ਉਦੋਂ, ਪੁਰਾਣੀ ਗੱਲ ਹੈ। ਪੂਰਬਾ ਜੀ ਮੈਨੂੰ ਦੱਸਿਆ ਵੀ ਅਸੀਂ ਨਾ ਦਿੱਲੀੋਂ ਆ ਰਹੇ ਸੀ, ਪੁਰਾਣੀਆਂ ਟੁੱਟੀਆਂ ਸੜਕਾਂ ਸੀ ਉਦੋਂ ਪੁਰਾਣੀਆਂ, ਅਤੇ ਦਿੱਲੀੋਂ ਆ ਰਹੇ ਗੱਡੀ ਦੇ, ਮੈਂ ਬੈਠਾ ਸੀ, ਹੋਰ ਰਿਸ਼ਪਾਲ ਸਿੰਘ ਜਾਂ ਪਰ ਹੋਰ ਕੋਈ ਨਾਲ ਸੀਗੇ। ਅਤੇ ਜਦੋਂ ਕਰਨਾਲ ਪਹੁੰਚੇ ਨਾ, ਗੁਰਮੁਖ ਪੁਰਾਣਾ ਸੀਗਾ, ਮੈਂ ਕਿਹਾ ਸ਼ਾਇਦ ਉਦੋਂ ਨਾ ਵੱਡਾ ਗੁਰਮੁਖ ਸੀਗਾ। ਸੱਚੇ ਪਾਤਸ਼ਾਹ ਨੂੰ ਕੀਤਾ, ਗੁਰਮੁਖਾ ਆਹ ਸੜਕ 'ਤੇ ਚੱਲ। ਉਹ ਵੇਖਿਆ ਸੜਕ ਟੁੱਟੀ ਬਹੁਤ ਸੀ। ਗੁਰਮੁਖ ਨੇ ਸੋਚਿਆ ਕਿ ਟੁੱਟੀ ਸੜਕ 'ਤੇ ਕੀ ਜਾਣਾ, ਰਹਿਣ ਦਿੰਦੇ। ਉਹ ਥੋੜ੍ਹਾ ਜਿਹਾ ਅੱਗੇ ਲੈ ਗਿਆ। ਸੱਚੇ ਪਾਤਸ਼ਾਹ ਥੋੜ੍ਹਾ ਜਿਹਾ ਤੇਜ਼ੀ ਵਿੱਚ ਹੁਕਮ ਕੀਤਾ, ਗੁਰਮੁਖ ਨੇ ਤੈਨੂੰ ਮੈਂ ਕਿਹਾ ਗੱਡੀ ਮੋੜ, ਤੂੰ ਉੱਥੇ ਹੀ ਜਾਣਾ। ਗੁਰਮੁਖ ਹੁਣ ਹੁਕਮ ਮਾਲਕ ਦਾ ਮੁੜਨਾ ਹੀ ਪੈਣਾ ਸੀ, ਮੁੜਿਆ ਜੀ। ਜਦੋਂ ਮੁੜਿਆ ਅਤੇ ਉਹ ਟੁੱਟੀ ਸੜਕ 'ਤੇ ਹੌਲੀ ਗਾਂਹ ਤੁਰੇ ਗਏ ਨਾ। ਇੱਕ ਪਿੰਡ ਦੇ ਵਿੱਚ ਜਦੋਂ ਪਹੁੰਚੇ ਨਾ, ਵੇਖਦੇ ਕੀ ਨੇ, ਇੱਕ ਬੀਬੀ, ਇਹ ਮੈਨੂੰ ਪੂਰਬਾ ਜੀ ਗੱਲ ਸੁਣਾ ਰਹੇ ਨੇ, ਇੱਕ ਬੀਬੀ ਨਾ ਪਾਟੇ ਕੱਪੜਿਆਂ ਦੇ ਵਿੱਚ ਸਿਰ 'ਤੇ ਰੋਟੀ ਚੱਕੀ ਆ ਅਤੇ ਉਹ ਤੁਰੀ ਜਾਂਦੀ ਹੈ। ਜਦੋਂ ਸੱਚੇ ਪਾਤਸ਼ਾਹ ਕੋਲ ਗਏ ਨਾ, ਅਤੇ ਸੱਚੇ ਪਾਤਸ਼ਾਹ ਗੁਰਮੁਖਾ ਗੱਡੀ ਰੋਕ। ਜਦੋਂ ਗੱਡੀ ਰੋਕੀ ਤਾਂ ਸੱਚੇ ਪਾਤਸ਼ਾਹ ਸ਼ੀਸ਼ਾ ਥੱਲੇ ਕੀਤਾ ਨਾ, ਉਹ ਬੀਬੀ ਨੇ ਜਦੋਂ ਦੇਖਿਆ ਤਾਂ ਬੀਬੀ ਮਸਤਾਨੀ ਹੋ ਗਈ। ਅਤੇ ਉਹ ਜਦੋਂ ਮਸਤਾਨੀ ਹੋ ਗਈ, ਉਹ ਨਾ ਕਹਿੰਦੀ ਸੱਚੇ ਪਾਤਸ਼ਾਹ ਮੈਂ ਨਾ ਆਪ ਜੀ ਨੂੰ ਬੜਾ ਯਾਦ ਕਰਦੀ ਪਈ ਸੀ, ਇੰਨਾ ਯਾਦ ਕਰਦੀ ਪਈ ਸੱਚੇ ਪਾਤਸ਼ਾਹ ਤੁਸੀਂ ਕਿੰਨਿਆਂ ਦੀਆਂ ਗਰੀਬੀਆਂ ਕੱਢੀਆਂ ਨੇ, ਕਿੰਨੇ ਦੇ ਦੁੱਖ ਦੂਰ ਕੀਤੇ ਨੇ, ਅਤੇ ਸਾਡਾ ਬੁਰਾ ਹਾਲ ਹੈ, ਅਤੇ ਸਾਡੀ ਵੀ ਲਾਜ ਰੱਖੋ। ਸੱਚੇ ਪਾਤਸ਼ਾਹ ਤੂੰ ਚੱਲੀ ਕਿੱਥੇ ਹੈ? ਅਤੇ ਉਹ ਬੀਬੀ ਅੱਜ ਕਰਦੀ, ਪਾਤਸ਼ਾਹ ਮੇਰੇ ਘਰ ਵਾਲਾ ਨਾ ਖੇਤਾਂ 'ਚ ਕੰਮ ਕਰਦਾ, ਮੈਂ ਉਹਨੂੰ ਰੋਜ਼ ਦੀ ਰੋਟੀ ਲੈ ਕੇ ਚੱਲੀ ਹਾਂ। ਸੱਚੇ ਪਾਤਸ਼ਾਹ ਚੱਲ ਕਿੱਥੇ ਆ? ਸੱਚੇ ਪਾਤਸ਼ਾਹ ਉਹਦੇ ਨਾਲ ਹੋ ਗਏ, ਤੁਰ ਪਏ, ਖੇਤਾਂ 'ਚ ਚੱਲ ਗਏ ਜਿੱਥੇ ਉਹਦੇ ਘਰ ਵਾਲਾ ਸੀਗਾ। ਉੱਥੇ ਉਹਨੂੰ ਸੱਚੇ ਪਾਤਸ਼ਾਹ ਉਹਦੇ ਨਾਲ ਬਚਮਲਾਰ ਕੀਤੇ, ਨਾਲੇ ਉਹਨੂੰ ਰੋਟੀ ਫਿਰ ਪ੍ਰਸ਼ਾਦਾ ਪਾਣੀ ਛਕਾਇਆ। ਸੱਚੇ ਪਾਤਸ਼ਾਹ ਹੁਕਮ ਕੀਤਾ, ਤੇਰੀਆਂ ਗਰੀਬੀਆਂ ਕੱਢੀਆਂ, ਤੇਰੀਆਂ ਸਾਰੀਆਂ ਗਰੀਬੀਆਂ ਕੱਢੀਆਂ। ਪੂਰਬਾ ਜੀ ਦੱਸਦੇ ਨੇ, ਕਹਿੰਦੇ ਸੱਚੇ ਪਾਤਸ਼ਾਹ ਹੁਕਮ ਕੀਤਾ, ਤੇਰੀਆਂ ਸਾਰੀਆਂ ਗਰੀਬੀਆਂ ਕੱਢੀਆਂ। ਸੱਚੇ ਪਾਤਸ਼ਾਹ ਹੁਕਮ ਕੀਤਾ, ਗੁਰਮੁਖਾ ਚੱਲ ਚੱਲੀਏ ਹੁਣ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਦੇ, ਬਹੁਤ ਬਖਸ਼ੀਆਂ ਕਰਦੇ। ਇੱਕ ਵਾਰੀ ਨਹਿਰ 'ਤੇ ਗਏ ਸੱਚੇ ਪਾਤਸ਼ਾਹ ਨਾਲ ਅਸੀਂ। ਜਦੋਂ ਨਹਿਰ 'ਤੇ ਗਏ ਤਾਂ ਸੱਚੇ ਪਾਤਸ਼ਾਹ ਦੂਰੋਂ ਘਾਟ 'ਤੇ ਤੁਰ ਜਾਣਾ, ਤੈਰ ਕੇ ਆ ਜਾਣਾ।
दूर घाट ते जाना, तैर के आ जाना। तो इशनान करके एक चौंकी डाई होंदी सी, असीं चौंकी दे सच पै बैठना, बैठ के प्रशादा छकना। एक दिन इस तरह मैं ते माता जी कोल सी, सच पै घाट तो तर के आए, मैं नाल सीगा, रिशपाल भाजी, हरपाल भाजी, दीदार सिंह, ये सारे नाल सीगे। ते जो सच पै घाट ते आके लगे ना, जिथे हुण कोठी बनी है, उत्थे जो लगे तो सच पै पौड़ियां ते आके रोके, तो माता जी कोल खड़े सीगे, मैं भी उत्थे कोल खड़ गया, बाकी सारे दूर दूर चले गए, किते कोई किते चले गया। तो सच पै मैनूं हुकम करदे, लिया मेरे कपड़े लिया भी प्रशादा छकीए आपां। सच पै की कीता भी चौंकी धोती सी, सच पै उद्दां ही बह गए सन, एक गिले कपड़े सिर ते बन्निया, सिर ते छोटा जिहा पल्ला हुंदा सीगा, पल्ला बन के ते केसा च कंघा ला के पल्ला बन के, तो सच पै उद्दां ही प्रशादा छकन लग गए। जो प्रशादा छक के हटे सी ना, तो हले कशहरे पैण च ही सीगे पासे, तो उत्थे टौड़ा हुंदा सीगा, टौड़े ने मोर दे ना छोटे छोटे 2 चूचे वो ले आ, तुसीं फोटो भी देखी होनी है, चूचे ले आ। तो वो ना कि उत्थे जो छड्डे लिया के, तो वो ना छोटे छोटे कभी उत्थों कीड़ा खा लेने, कभी उत्थे कुछ कर लो, वो उत्थों भज भज खाई जान, सच पै देखी जाते हैं। सच पै करते किन्ने ने, वो कहते 4 आ। तो सच पै उनका एक ना पिंजरा बनाओ इन्होंने वास्ते, जाली ला के भी बिल्ली ना खा जाए इन्होंने। तो नाले फिर वेखी भी जाते हैं, वे उन्होंने कृपा करी जाते देख। इस तरह लग रहा सी जिवें ना वो पुराने सिख होण तो विछड़ गए होण, कोई गुनाह किया होए तो विछड़े होण, तो सच पै उन्होंने वाल वेखी जाते हैं। वेखते वेखते थोड़े चिर बाद मैं तो माता जी कोल ही आ, बाकी होर नेड़े कोई नहीं। वेखते वेखते सच पै करदे इन्होंने मर जाना है। तो साडे ना दिल च आई, सच पै कृपा होवे, कृपा होवे। सच पै कोई बचन नहीं किया, तो माता भी अज की माता की कृपा, सच पै कृपा होवे। सच पै हुक्म नहीं किया कोई भी, वो तो हुण गुरु दी गुरु ही जान सकता। अर्ज तो असीं भी नहीं की उस वेले, जां तो सानूं भी इन्नी समझ आउंदी ना, तो ध्यान हुंदा भी अर्ज कर लेंदे भी सच पातशाह कौन ने, कित्थों आए ने। चलो जदों शाम पई ना, ਜਾਂ शाम पई तो एक मर गया। जो एक मर गया तो उन्हें फोन करके दसिया भी एक मर गया। तो मैनू मेरे दिल च आई भी, मैं क्या वो एक कहने 2 ही मर जाने ने। दूजा दिन होया वो भी मर गया। सच पै का बोला पूरा हो गया। जो बचन पूरा होया, वो जरूर कोई सिख होने जोड़े विछड़े सीगे, तो सच पै फिर अपने नाल मिला ले। तो इस तरह सच पै कृपा करते हैं बड़ियाँ। एक बारी सच पै मंडी तो आ रहे सी, सागुरु जगीर सिंह सच पै सच पै जो मंडियों आउंदे आउंदे ना, सच पै उधर रजा होंदी सी, तो आउंदे जांदे ना नहर ते इशनान करना। तो सच पै ना बराज गए, होने वाले गुरु भाजी सीगे। तो इन्होंने किया भी सच पै बराजे हुए ने, तो ये भैणी साहब नूं, भैणी साहब के नेड़े पहुँच गए। सच पै उठ पे, जो सच पै उठे तो सच पै गुरमुख नूं हुक्म करदे, गुरमुखा कित्थे पहुँच गए? कहते भैणी साहब पहुँच चले हैं। सच पै हुक्म किया, तेनों मैं कहा सी आपां डेरे ते चलना, उत्थे इशनान करना। ठंडा नहीं ही उस वेले, ठंडा का दिन सी। सच पै जो उत्थे गए, फिर गुरमुख गड्डी मोड़ ली, चले गए उत्थे। जो चले गए तो वैसे गुरु भाई इदा होंदा तो नहीं, जा बराजे रहे तो फिर उन्हें भी दिमाग चो निकल गई होनी है। वो जो इत्थे उत्थे पहुँचे, सच पै ठंड बड़ी, सच पै किया भी छाल मारी, तो सच पै परले कंढे चले गए। जो परले कंढे तो चले गए ना, होया कि भी नाल एक सिंह सी, हुण वो तो ध्यान नहीं भी, जब पूरबा जी पूरबा जी ने सुनाई ये गल मैनूं। परले बन्ने एक सिंह रजाई लैके तुरया आवे, वो वेखे, वो नेड़े आके देखे ऐ करके ना भी इन्नी ठंड दे विच नहा रहे ने, इन्हें लोई नहीं कड़ियाई किते। सच पै की वेखदा, कहंदा वेखदा ये आ भी तुहाडी लोई नहीं कड़िया रही, इन्नी ठंड विच नहा रहे हो। सच पै कहते नहीं कोई नहीं गल ठीक है। सच पै उधरों फिर तैर के इधर आ गए, कहते भी सच पै दी रजा आ, सच पै ठंड दे विच, ठंड होवे गर्मी होवे। एक बारी ना सच पै हुक्म किया, सारे जने टुब्बियां मारो, किहड़ा किन्नी सकेंट मार सकदा। सारे रिशपाल भाई जी घड़ी फाड़ के तो देखन लगे, गुरमुख भाई ने कुछ सकेंट मारी,
ਤੇ ਉਸ ਤੋਂ ਬਾਅਦ 'ਚ ਸਾਡੀ ਮੇਰੀ 45 ਸਕਿੰਟ ਸੀਗੀ ਤੇ ਸੱਚੇ ਪਾਤਸ਼ਾਹ ਸਵਾ ਸਕਿੰਟ ਮਾਰੀ, ਸਵਾ 1 ਮਿੰਟ ਮਾਰੀ, 1 ਮਿੰਟ 25 ਸਕਿੰਟ। ਤੇ ਸੱਚੇ ਪਾਤਸ਼ਾਹ ਜੀ ਇੰਨੀ ਮਾਰੀ ਨਾ, ਕੁਛ ਦਿਨਾਂ ਬਾਅਦ ਸੱਚੇ ਪਾਤਸ਼ਾਹ ਹੁਕਮ ਕਰਦੇ ਮੈਂ ਟੁੱਬੀ ਹੋਰ ਮਾਰ ਸਕਦਾ ਵੱਡੀ। ਜਦੋਂ ਇਹ ਗੱਲ ਸੱਚੇ ਪਾਤਸ਼ਾਹ ਫਿਰ ਟੁੱਬੀਆਂ ਮਾਰਦੇ ਆਪਾਂ, ਸੱਚੇ ਪਾਤਸ਼ਾਹ ਟੁੱਬੀ ਮਾਰੀ 2 ਮਿੰਟ 15 ਸਕਿੰਟ, 2 ਮਿੰਟ 15 ਸਕਿੰਟ ਮਾਰੀ। ਤੇ ਅਸੀਂ ਕਿਸੇ ਨੇ ਮਿੰਟ ਮਾਰੀ, ਕਿਸੇ ਨੇ ਮਿੰਟ ਤੋਂ ਘੱਟ, ਕਿਸੇ ਨੇ ਮਿੰਟ ਤੋਂ ਥੋੜ੍ਹੀ ਵੱਧ। ਜਾਣੀ ਕਿ ਸੱਚੇ ਪਾਤਸ਼ਾਹ ਦੀ ਜਿਹੜੀ ਸੱਚੇ ਪਾਤਸ਼ਾਹ ਹੁਕਮ ਕਰਦੇ ਹੁੰਦੇ ਸੀ, ਮੈਂ ਨਾ ਜਦੋਂ ਤੈਰਨਾ ਨਹਿਰ ਤੋਂ ਇੱਧਰੋਂ ਤੈਰ ਕੇ ਸਿੱਧੇ ਬਿਲਕੁਲ ਚੱਲ ਜਾਣਾ। ਮੈਨੂੰ ਯਾਦ ਆ ਵੀ ਅਸੀਂ ਹੁਣ ਤੈਰਦੇ ਆ ਨਾ ਤੇ ਘੱਟੋ ਘੱਟ 150 ਫੁੱਟ ਧਾਰ ਨੂੰ ਥੱਲੇ ਲੱਗਦੇ ਆ, ਪਰ ਸੱਚੇ ਪਾਤਸ਼ਾਹ ਬਿਲਕੁਲ ਸਿੱਧੇ ਚੱਲ ਜਾਂਦੇ ਹੁੰਦੇ ਸੀ, ਇੱਕ ਕੰਢੇ ਤੋਂ ਦੂਜੇ ਕੰਢੇ ਨੂੰ। ਸੱਚੇ ਪਾਤਸ਼ਾਹ ਜੀ ਨਹਿਰ ਤੇ ਛਾਲ ਮਾਰਨੀ, ਥੱਲਿਓਂ ਮੇਰੇ ਖਿਆਲ 25 ਫੁੱਟ ਡੂੰਘੀ ਹੈ, ਫੁੱਲ ਨਹਿਰ ਭਰੀ ਹੋਈ, ਜ਼ਮੀਨ ਥੱਲੇ ਜਾ ਕੇ ਮਿੱਟੀ ਮੁੱਠ ਭਰ ਲਿਆਉਣੀ। ਇੰਨਾ ਸੱਚੇ ਪਾਤਸ਼ਾਹ ਦਾ ਸਾਹ ਸੀਗਾ, ਇੰਨੀ ਬਖਸ਼ਿਸ਼ ਕਰਦੇ ਸੱਚੇ ਪਾਤਸ਼ਾਹ। ਤਾਂ ਚਲੋ ਉਹ ਤਾਂ ਗੁਰੂ ਆ ਕੁਛ ਵੀ, ਪਰ ਇਹ ਇੱਕ ਉਹਨਾਂ ਰੂਟੀਨ ਸੀ ਉਹਨਾਂ ਦੀ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਨਹਿਰ ਤੋਂ ਇਸ਼ਨਾਨ ਪਾਣੀ ਕਰਨਾ, ਸੱਚੇ ਪਾਤਸ਼ਾਹ ਸਾਨੂੰ ਨਾਲ ਲੈ ਕੇ ਜਾਣਾ, ਸਾਨੂੰ ਬੜੇ ਸੁੱਖ ਦਿੱਤੇ ਸੱਚੇ ਪਾਤਸ਼ਾਹ, ਬੜੇ ਨਜ਼ਾਰੇ ਬਣੇ ਰਹੇ ਨੇ। ਸੱਚੇ ਪਾਤਸ਼ਾਹ ਦੀਆਂ ਬਹੁਤ ਵੱਡੀਆਂ, ਬਹੁਤ ਕਿਰਪਾ ਸਾਧ ਸੰਗਤ ਨੇ। ਆਪਾਂ ਉਹਨਾਂ ਦੀ ਵਿਖਿਆਨ ਤਾਂ ਨਹੀਂ ਕਰ ਸਕਦੇ, ਸਿਰਫ ਆਪਾਂ ਥੋੜ੍ਹੇ ਜਿਹੇ ਉਹਨਾਂ ਦੇ ਹਰਜਸ ਕਰ ਸਕਦੇ ਹਾਂ। ਅਤੇ ਜਿੰਨਾ ਕੁ ਆਪਾਂ ਕਰ ਸਕਦੇ ਹਾਂ ਉਹ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਮਨ ਵਧੀਆ ਬਣੇ ਰਹਿਣ, ਸਾਡੇ 'ਤੇ ਕਿਰਪਾ ਬਣੀ ਰਹੇ, ਅਸੀਂ ਨਾਮ ਸਿਮਰਨ ਕਰਦੇ ਰਹੀਏ, ਕਿਸੇ ਦਾ ਦਿਲ ਸਾਡੇ ਕੋਲ ਨਾ ਦੁਖੇ। ਜੇ ਦੁਖੇ ਤਾਂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਉਹੋ ਜਿਹੀ ਸਮੱਤ ਬਖਸ਼ਣ ਜਿਹੜਾ ਅੱਗੇ ਤੋਂ ਕਿਰਪਾ ਰਹੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਦੇ, ਅਸੀਂ ਸੱਚੇ ਪਾਤਸ਼ਾਹ ਦੀ ਸੇਵਾ ਤੋਂ ਆਪ ਹੀ ਲੈਂਦੇ ਨੇ। ਸਾਡੇ 'ਚ ਇਹੋ ਜਿਹੇ ਗੁਣ ਹੈ ਨਹੀਂ ਆ ਜਿਹੋ ਜਿਹੇ ਉਹ ਆਪ ਹੀ ਕਿਰਪਾ ਕਰਦੇ ਨੇ, ਆਪ ਹੀ ਨਾਲ ਲਾਏ ਰੱਖਦੇ ਨੇ ਸਾਨੂੰ। ਇਸੇ ਤਰ੍ਹਾਂ ਕਦੀ ਬੰਕੋਕ ਲੈ ਜਾਣਾ, ਕਦੀ ਸੱਚੇ ਪਾਤਸ਼ਾਹ ਅਫਰੀਕਾ ਲੈ ਜਾਣਾ, ਇਸੇ ਤਰ੍ਹਾਂ ਬਹੁਤ ਸੈਰਾਂ ਕਰਾਈਆਂ ਨੇ, ਬੜੇ ਸੁੱਖ ਦਿੱਤੇ ਨੇ ਸੱਚੇ ਪਾਤਸ਼ਾਹ, ਬੜੇ ਆਨੰਦ ਬਖਸ਼ੇ ਨੇ ਸੱਚੇ ਪਾਤਸ਼ਾਹ ਦੀ। ਇਹੋ ਜਿਹੀ ਰਜਾ ਫਿਰ ਕਿਤੇ ਸਮਾਂ ਮਿਲਿਆ ਆਪਾਂ ਫਿਰ ਹਰਜਸ ਕਰਾਂਗੇ, ਅਤੇ ਫਿਰ ਸੱਚੇ ਪਾਤਸ਼ਾਹ ਅੱਗੇ ਇਹ ਵੀ ਸਾਖੀ ਕਰਾਂਗੇ ਕਿ ਵੀ ਸੱਚੇ ਪਾਤਸ਼ਾਹ ਇਹਨਾਂ ਨੇ ਲੜ ਕਿਵੇਂ ਲਾਇਆ, ਕਿੱਦਾਂ ਕਿਰਪਾ ਹੋਈਆਂ। ਅੱਜ ਇੰਨੇ ਕੀ ਇੱਥੇ ਹੀ ਖਿਮਾ ਮੰਗਦੇ ਹਾਂ। ਸਤਿ ਸ੍ਰੀ ਅਕਾਲ। ਸਾਰੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ। thank you